ਅਸੀਂ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਸੀਗਾ ਇਸ ਮੌਸਮ ਵਿੱਚ ਅਸੀਂ ਮੱਖੀਆਂ ਦੀ ਕਿਵੇਂ ਸਾਂਭ ਸੰਭਾਲ ਕਰਨੀ ਹੈ, ਕਿਉਂਕਿ ਸ਼ਹਿਦ ਪਾਲਣ ਇੱਕ ਮੁੱਖ ਸਹਾਇਕ ਕਿੱਤਾ ਹੈ ਸਾਡੇ ਵੀ ਪੰਜਾਬ ਦੇ ਵਿੱਚ। ਪੂਰੇ ਮੁਲਕ ਦੀ ਜੇ ਆਪਾਂ ਗੱਲ ਕਰੀਏ, ਪੂਰੇ ਮੁਲਕ ਵਿੱਚ ਸਭ ਤੋਂ ਜ਼ਿਆਦਾ ਜੋ ਸ਼ਹਿਦ ਸੂਬਾ ਪੈਦਾ ਕਰਦਾ ਉਹ ਪੰਜਾਬ ਸੂਬਾ ਹੀ ਹੈ। ਉਹਦੇ ਬਾਬਤ ਹੀ ਅਸੀਂ ਅੱਜ ਨਿਯੁਕਤਾ ਦਿੱਤਾ ਸੀ ਡਾਕਟਰ ਅਮਰ ਚੌਧਰੀ ਜੀ ਨੂੰ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਜ਼ਿਕਰ ਕਰੋ ਕਿ ਇਸ ਮੌਸਮ ਦੇ ਵਿੱਚ ਕੁਟੁੰਬਾਂ ਦੀ ਸਾਂਭ ਸੰਭਾਲ ਉਹ ਕਿੰਨੀ ਕੁ ਜ਼ਰੂਰੀ ਹੈ। ਠੀਕ ਹੈ ਡਾਕਟਰ ਸਾਹਿਬ, ਸਾਰਿਆਂ ਨਾਲੋਂ ਪਹਿਲੇ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਜੀ ਕਿਸਾਨ ਭਰਾਵਾਂ ਤੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਚਾਹੁੰਦਾ। ਜੀ ਜਿਵੇਂ ਡਾਕਟਰ ਸਾਹਿਬ ਨੇ ਪੁੱਛਿਆ ਹੈ ਕਿ ਇਸ ਮੌਸਮ ਵਿੱਚ ਸ਼ਹਿਦ ਮੱਖੀ ਕੁਟੁੰਬਾਂ ਦੀ ਸੰਭਾਲ ਕਿੰਨੀ ਕੁ ਜ਼ਰੂਰੀ ਜੀ। ਹੈ, ਤਾਂ ਮੈਂ ਸ਼ਹਿਦ ਮੱਖੀ ਪਾਲਕ ਭਰਾਵਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਜਿਵੇਂ ਕਿ ਪਿਛਲਾ ਮੌਸਮ ਸਾਡਾ ਪਤਝੜ ਦਾ ਗੁਜ਼ਰਿਆ, ਤਾਂ ਪਤਝੜ ਦੇ ਮੌਸਮ ਦਾ ਇੱਕ ਬਹੁਤ ਵਧੀਆ ਮੌਸਮ ਗਿਣਿਆ ਜਾਂਦਾ ਹੈ, ਜਿਹੜਾ ਕਿ ਬਿਲਕੁਲ ਬਰਾਬਰ ਹੈ ਬਸੰਤ ਦੇ ਮੌਸਮ ਦੇ ਬਰਾਬਰ, ਜਿਹਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਸ਼ਹਿਦ ਦਾ ਉਤਪਾਦਨ ਹੁੰਦਾ ਹੈ ਜੀ। ਪਰ ਇਸ ਤੋਂ ਬਾਅਦ ਜਦ ਪਤਝੜ ਦਾ ਮੌਸਮ ਖਤਮ ਹੋਣਾ ਹੈ, ਨਾਲੇ ਹੁਣ ਸਾਡਾ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ, ਤਾਂ ਸਰਦੀਆਂ ਦਾ ਮੌਸਮ ਪਤਝੜ ਦੇ ਮੌਸਮ ਦੇ ਮੁਕਾਬਲੇ ਇੰਨਾ ਚੰਗਾ ਮੌਸਮ ਨਹੀਂ ਹੈ। ਕਿਉਂਕਿ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਸਰਦੀਆਂ ਵਿੱਚ ਤਾਪਮਾਨ ਬਹੁਤ ਥੱਲੇ ਡਿੱਗ ਜਾਂਦਾ ਹੈ, ਨਾਲੇ ਧੁੰਦਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹੈ। ਨਾਲੇ ਇੱਕ ਗੱਲ ਤੁਸੀਂ ਹੋਰ ਵੀ ਧਿਆਨ ਕਰੋਗੇ ਕਿ ਸਾਡਾ ਦਿਨ ਦਾ ਜਿਹੜਾ ਪੂਰਾ ਦਿਨ ਜਿਹਨੂੰ ਮੰਨਿਆ ਜਾਵੇ, ਜਿਸ ਵਿੱਚ ਸੂਰਜ ਦੀ ਲਾਈਟ ਹੁੰਦੀ ਹੈ, ਉਹ ਸਨਸ਼ਾਈਨ ਆਵਰਸ ਜਿਹਨੂੰ ਕਹਿ ਦਾਂਗੇ, ਘੰਟੇ ਹੈਗੇ ਜਿਸ ਟਾਈਮ ਸੂਰਜ ਦੀ ਲਾਈਟ ਹੋਣੀ ਹੈ, ਉਹ ਘਟ ਜਾਂਦੇ। ਤਾਂ ਇਸ ਕਰਕੇ ਜਿਹੜਾ ਕਿ ਇਹ ਇੱਕ ਚੰਗਾ ਮੌਸਮ ਨਹੀਂ ਹੈ ਔਰ ਮੱਖੀਆਂ ਨੂੰ ਕੰਮ ਕਰਨ 'ਚ ਦਿੱਕਤ ਆਉਂਦੀ ਹੈ। ਇਸ ਲਈ ਜੇ ਆਪਾਂ ਚੰਗਾ ਮੁਨਾਫਾ ਖੱਟਣਾ ਹੈ ਸ਼ਹਿਦ ਮੱਖੀ ਪਾਲਣ ਤੋਂ, ਤਾਂ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਮੈਨੇਜਮੈਂਟ ਇਹਨਾਂ ਦੀ ਸਰਦੀਆਂ ਦੇ ਮੌਸਮ ਵਿੱਚ ਕਰਨੀ ਪੈਣੀ ਹੈ ਜੀ। ਡਾਕਟਰ ਸਾਹਿਬ, ਇਹਦੇ ਨਾਲ ਹੀ ਸੰਬੰਧਿਤ ਮੁੱਖ ਸਵਾਲ ਦੂਜਾ ਨਿਕਲਦਾ ਹੈ ਵੀ ਸਰਦੀ ਰੁੱਤ ਦੀਆਂ ਜੇ ਆਪਾਂ ਜੇ ਕੁਟੁੰਬਾਂ ਦੇ ਵਿੱਚ ਇਹਨਾਂ ਦੀ ਖੁਰਾਕ ਦਾ ਜੇ ਪ੍ਰਬੰਧ ਕਰਨਾ ਹੈ, ਉਹ ਅਸੀਂ ਕਿਵੇਂ ਕਰ ਸਕਦੇ ਹਾਂ? ਕਿਉਂਕਿ ਅਗਰ ਤੁਹਾਨੂੰ ਪਤਾ ਵੀ ਇਸ ਵੇਲੇ ਵੀ ਘਟ ਜਾਣਾ ਵਾ, ਤੇ ਉਹ ਕਿਵੇਂ ਅਸੀਂ ਵੀ ਉਸ ਨੂੰ ਕੰਪਨਸੇਟ ਕਰ ਸਕਦੇ ਹਾਂ, ਉਹ ਦੱਸਿਓ ਜੀ। ਹਾਂ, ਜਿਵੇਂ ਮੈਂ ਹੁਣੇ ਦੱਸਿਆ ਕਿ ਜਿਵੇਂ ਕਿ ਚੰਗਾ ਮੌਸਮ ਨਹੀਂ ਹੈ ਮੱਖੀਆਂ ਦੇ ਲਈ ਜੀ, ਔਰ ਉਹਦੇ ਕਾਰਨ ਕਿ ਜਿਹੜੇ ਮੱਖੀਆਂ ਕਿ ਬਾਹਰ ਜਾ ਕੇ ਕੰਮ ਵੀ ਨਹੀਂ ਕਰ ਸਕਦੀਆਂ ਜ਼ਿਆਦਾ, ਤਾਂ ਇਸ ਕਰਕੇ ਅਕਸਰ ਦੇਖਿਆ ਗਿਆ ਹੈ ਕਿ ਕੁਟੁੰਬਾਂ ਵਿੱਚ ਖੁਰਾਕ ਦੀ ਘਾਟ ਹੋ ਜਾਂਦੀ ਹੈ। ਤਾਂ ਖੁਰਾਕ ਦੀ ਘਾਟ ਨੂੰ ਆਪਾਂ ਪੂਰਾ ਕਿਵੇਂ ਕਰ ਸਕਦੇ ਹਾਂ? ਤਾਂ ਸ਼ਹਿਦ ਮੱਖੀ ਪਾਲਣ ਭਰਾਵੋ, ਤੁਹਾਨੂੰ ਮੈਂ ਦੱਸਣਾ ਚਾਹੁੰਦਾ ਹੈ ਕਿ ਜੇ ਤੁਸੀਂ ਆਪਣੇ ਕੁਟੁੰਬਾਂ ਦਾ ਇੱਕ ਨਿਰੀਖਣ ਕਰਨਾ ਜ਼ਰੂਰੀ ਹੈ। ਉਹਨੂੰ ਨਿਰੀਖਣ ਜਦੋਂ ਤੁਸੀਂ ਉਸੇ ਟਾਈਮ ਕਰੋਗੇ ਜਦੋਂ ਕਿ ਬਾਹਰ ਧੁੱਪ ਚੰਗੀ ਖਿੜੀ ਹੋਈ ਹੈਗੀ ਹੈ। ਜੇ ਮੌਸਮ ਠੰਡਾ ਹੈਗਾ ਅਤੇ ਧੁੰਦ ਹੈਗੀ, ਉਸ ਟਾਈਮ ਆਪਾਂ ਕੋਈ ਨਿਰੀਖਣ ਨਹੀਂ ਕਰਨਾ। ਜੇ ਇਹਦੇ ਵਿੱਚ ਸਾਨੂੰ ਖੁਰਾਕ ਦੀ ਘਾਟ ਨਜ਼ਰ ਆਉਂਦੀ ਹੈ ਤਾਂ ਆਪਾਂ ਉਹਨਾਂ ਨੂੰ 2 ਹਿੱਸੇ ਚੀਨੀ ਔਰ 1 ਹਿੱਸੇ ਪਾਣੀ ਦਾ ਘੋਲ ਬਣਾ ਕੇ ਸਿੱਧਾ ਫਰੇਮਾਂ ਵਿੱਚ ਭਰ ਕੇ ਹੀ ਦੇਣਾ ਜ਼ਿਆਦਾ ਜ਼ਰੂਰੀ ਹੈ। ਇੱਥੇ ਮੈਂ ਇੱਕ ਗੱਲ ਥੋੜ੍ਹੀ ਜਿਹੀ ਹੋਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਰਦੀਆਂ ਦੇ ਮੌਸਮ ਵਿੱਚ ਮੱਖੀਆਂ ਥੋੜ੍ਹਾ ਇਕੱਠਾ ਜਿਹਾ ਹੋ ਕੇ ਰਹਿੰਦੀਆਂ, ਤਾਂ ਆਪਾਂ ਜਿਹੜੀ ਖੁਰਾਕ ਹੈਗੀ ਹੈ ਫਰੇਮਾਂ ਵਿੱਚ ਭਰ ਕੇ ਬਿਲਕੁਲ ਮੱਖੀਆਂ ਦੇ ਨਾਲ ਦੇਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਮੱਖੀਆਂ ਨੂੰ ਪਤਾ ਲੱਗੇ ਕਿ ਇੱਥੇ ਖੁਰਾਕ ਹੈਗੀ ਔਰ ਵਧੀਆ ਤਰੀਕੇ ਨਾਲ ਉਹ ਖੁਰਾਕ ਲੈ ਸਕਣ। ਡਾਕਟਰ ਸਾਹਿਬ, 1 ਮਿੰਟ ਜੀ, ਮੈਂ 1 ਮਿੰਟ ਦਾ ਸਿਰਫ ਇੰਟਰਪਸ਼ਨ ਵੀ ਤੁਹਾਡੇ ਕੋਲ ਲੈਣੀ ਚਾਹੂੰਗਾ। ਜਿਵੇਂ ਤੁਹਾਡੇ ਪਹਿਲਾਂ ਜ਼ਿਕਰ ਕੀਤਾ, ਇਹ ਸਾਡਾ ਲਾਈਵ ਪ੍ਰੋਗਰਾਮ ਫੇਸਬੁੱਕ ਪੇਜ ਤੇ ਵੀ ਹੈ ਤੇ YouTube ਪੇਜ ਤੇ ਵੀ ਹੈ। ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਨਾਗਾ ਥੋੜਾ ਜਿਹਾ, ਕਿਉਂਕਿ ਤਕਨੀਕੀ ਜਾਣਕਾਰੀ ਦੇ ਰਿਹਾ ਵੀ ਕੁਝ ਸਾਡੇ ਵੀਰ ਕਹਿ ਰਹੇ ਨੇ ਆਵਾਜ਼ ਦੀ ਥੋੜੀ ਸਮੱਸਿਆ ਆ ਰਹੀ ਹੈ। ਜੇ ਫੇਸਬੁੱਕ ਵਾਲਿਆਂ ਨੂੰ ਸਮੱਸਿਆ ਹੈ ਉਹ YouTube ਤੇ ਸਵਿਚ ਕਰ ਸਕਦੇ ਆ, YouTube ਵਾਲਿਆਂ ਨੂੰ ਸਮੱਸਿਆ ਹੈ ਉਹ ਫੇਸਬੁੱਕ ਤੇ ਸਵਿਚ ਕਰ ਸਕਦੇ ਆ। ਮੈਂ ਆਪਾਂ ਹਰ ਵਾਰ ਬੇਨਤੀ ਕਰੀਦੀ ਹੈ, ਕਿਉਂਕਿ ਕਈ ਅਸੀਂ ਛੋਟੀਆਂ ਜੋ ਵੀਡੀਓਜ਼ ਹੁੰਦੀਆਂ ਅਸੀਂ ਯੂਨੀਵਰਸਿਟੀ ਦੇ YouTube ਚੈਨਲ ਤੇ ਅਸੀਂ ਪੋਸਟ ਕਰ ਦਿੰਦੇ ਹਾਂ। ਯੂਨੀਵਰਸਿਟੀ ਦੇ ਜਿਹੜੇ ਖਬਰਾਂ ਜਾਂ ਹੋਰ ਜਾਣਕਾਰੀ ਜਿਹੜੀ ਹੁੰਦੀ ਹੈ, ਆਪਾਂ ਜੇ ਪ੍ਰਿੰਟ ਮੀਡੀਆ ਦੀ ਗੱਲ ਕਰੀਏ, ਉਹ ਅਸੀਂ ਫੇਸਬੁੱਕ ਤੇ ਵੀ ਸ਼ੇਅਰ ਕਰ ਸਕਦੇ ਹਾਂ। ਜੇ ਤੁਹਾਨੂੰ ਫੇਸਬੁੱਕ ਵਾਲਿਆਂ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ YouTube ਤੇ ਸ਼ਿਫਟ ਹੋ ਸਕਦੇ, ਜੇ YouTube ਵਾਲਾ ਆ ਰਹੀ ਹੈ ਤਾਂ ਫੇਸਬੁੱਕ ਤੇ ਸ਼ਿਫਟ ਹੋ ਰਿਹਾ। ਇੱਧਰ ਮੈਂ ਆਪਣੇ ਵਿਗਿਆਨੀਆਂ ਨੂੰ ਕਹਾਂ ਥੋੜੀ ਜਿਹੀ ਆਪਣੀ ਵੋਲਿਊਮ ਉਹ ਵਧਾ ਲੈਣ ਤੇ ਜਲਦੀ ਇਸ ਦਾ ਅਸੀਂ ਪਰਮਾਨੈਂਟ ਹੱਲ ਵੀ ਕੱਢ ਲੈਣਾ। ਡਾਕਟਰ ਸਾਹਿਬ, ਜੋ ਤੁਸੀਂ ਗੱਲ ਕੀਤੀ ਹੈ ਨਾ ਜੀ ਪਹਿਲਾਂ ਪਿਛਲੇ 2-3 ਮਿੰਟਾਂ ਦੇ ਦੌਰਾਨ, ਵੀ ਕਿਉਂਕਿ ਬੜੀ ਵਡਮੁੱਲੀ ਜਾਣਕਾਰੀ ਸੀ, ਉਹ ਮੈਂ ਕਹੂੰਗਾ ਤੁਸੀਂ ਰਿਪੀਟ ਕਰ ਦਿਓ ਜੀ। ਬਿਲਕੁਲ ਠੀਕ ਹੈ ਸਰ, ਮੈਂ ਤੁਹਾਨੂੰ ਇੱਕ ਵਾਰ ਫੇਰ ਰਿਪੀਟ ਕਰ ਦਿੰਦਾ ਜੀ। ਜੀ ਜੀ ਕਿ ਪੰਜਾਬ ਦੇ ਵਿੱਚ ਸਰਦੀਆਂ ਦਾ ਮੌਸਮ ਇਹੋ ਜਿਹਾ ਹੁੰਦਾ ਹੈ ਜਿਸ ਦੌਰਾਨ ਕਿ ਤਾਪਮਾਨ ਘਟ ਜਾਂਦਾ ਹੈ, ਧੁੰਦਾਂ ਪੈਂਦੀਆਂ ਹੈਗੀਆਂ, ਅਤੇ ਜਿਹੜੇ ਕਿ ਆਪਾਂ ਕਹਿ ਦਈਏ ਕਿ ਦਿਨ ਵਿੱਚ ਸੂਰਜ ਦੀ ਜਿਹੜੀ ਲਾਈਟ ਮਿਲਦੀ ਹੈਗੀ ਜਿਹੜੀ ਉਹ ਘਟ ਜਾਂਦੀ ਹੈ, ਜਿਸ ਕਰਕੇ ਕਿ ਮੱਖੀਆਂ ਬਾਹਰ ਜਾ ਕੇ ਚੰਗੀ ਤਰ੍ਹਾਂ ਕੰਮ ਨਹੀਂ ਕਰ ਸਕਦੀਆਂ ਜੀ। ਇਸ ਕਰਕੇ ਅਕਸਰ ਦੇਖਿਆ ਗਿਆ ਹੈ ਕਿ ਕੁਟੁੰਬਾਂ ਵਿੱਚ ਖੁਰਾਕ ਦੀ ਘਾਟ ਹੋ ਜਾਂਦੀ ਹੈ ਜੀ। ਉਸ ਖੁਰਾਕ ਨੂੰ ਪੂਰਾ ਕਿਵੇਂ ਕੀਤਾ ਜਾਵੇ, ਤਾਂ ਆਪਾਂ ਐਵੇਂ ਕਹਿੰਦੇ ਹਾਂ ਕਿ ਜੇ ਸ਼ਹਿਦ ਮੱਖੀ ਪਾਲਣ ਭਰਾਵੋ, ਤੁਸੀਂ ਕੁਟੁੰਬਾਂ ਦਾ ਨਿਰੀਖਣ ਜ਼ਰੂਰ ਕਰੋ ਜੀ। ਜਦੋਂ ਨਿਰੀਖਣ ਕਰਨਾ ਹੈ ਆਪਾਂ ਉਸੇ ਟਾਈਮ ਕਰਨਾ ਹੈ ਜਦੋਂ ਚੰਗੀ ਧੁੱਪ ਖਿੜੀ ਹੋਈ ਹੈਗੀ ਹੈ,
ਧੁੰਦ ਹੈਗੀ ਆ ਔਰ ਤਾਪਮਾਨ ਘੱਟ ਹੈਗਾ ਜਿਵੇਂ ਕਿ ਸਵੇਰੇ ਹੁੰਦਾ, ਉਸ ਦੇ ਨਾਲ ਆਪਾਂ ਨਿਰੀਖਣ ਨਹੀਂ ਕਰਨਾ ਜੀ। ਅਤੇ ਜੇ ਖੁਰਾਕ ਦੀ ਘਾਟ ਪਾਈ ਜਾਂਦੀ ਹੈ ਤਾਂ ਆਪਾਂ ਉਸ ਟਾਈਮ ਤੇ 2 ਹਿੱਸੇ ਚੀਨੀ ਔਰ 1 ਹਿੱਸੇ ਪਾਣੀ ਦਾ ਘੋਲ ਬਣਾ ਕੇ ਸਿੱਧਾ ਛੱਤਿਆਂ ਦੇ ਵਿੱਚ ਭਰ ਕੇ ਹੀ ਕੁਟੁੰਬਾਂ ਨੂੰ ਦੇਣਾ ਚਾਹੀਦਾ ਹੈ ਜੀ। ਔਰ ਇਹੋ ਜਿਹੇ ਛੱਤੇ ਆਪਾਂ ਕੋਸ਼ਿਸ਼ ਕਰੀਏ ਕਿ ਜ਼ਿਆਦਾਤਰ ਆਪਾਂ ਜਿੱਥੇ ਮੱਖੀ ਇਕੱਠੀ ਹੋਈ ਹੈ, ਕਿਉਂਕਿ ਸਰਦੀਆਂ ਦੇ ਮੌਸਮ 'ਚ ਆਮ ਦੇਖਿਆ ਜਾਂਦਾ ਹੈ ਕਿ ਮੱਖੀ ਇੱਕ ਜਗ੍ਹਾ ਤੇ ਇਕੱਠੀ ਹੋ ਜਾਂਦੀ ਹੈ ਕਿਉਂਕਿ ਉਹਨੂੰ ਆਪਣਾ ਤਾਪਮਾਨ ਬਣਾਉਣਾ ਹੁੰਦਾ, ਆਪਾਂ ਉਹਦੇ ਕੋਲ ਦਈਏ ਤਾਂ ਜ਼ਿਆਦਾ ਬਿਹਤਰ ਹੈਗਾ ਕਿਉਂਕਿ ਉਸ ਤਰੀਕੇ ਨਾਲ ਮੱਖੀਆਂ ਜ਼ਿਆਦਾ ਜਲਦੀ ਔਰ ਜ਼ਿਆਦਾ ਵਧੀਆ ਤਰੀਕੇ ਨਾਲ ਖੁਰਾਕ ਲੈ ਸਕਦੀ ਹੈ। ਜੀ ਜੀ ਜੀ। ਤੇ ਡਾਕਟਰ ਸਾਹਿਬ ਥੋੜਾ ਜਿਹਾ ਇਹ ਵੀ ਦੱਸਿਓ, ਜੇ ਕੋਈ ਮੱਖੀ ਕੋਈ ਸੁਧਾਰਨ ਬੰਦੇ ਨੇ ਟ੍ਰੇਨਿੰਗ ਸਿਖਲਾਈ ਨਹੀਂ ਲਈ ਤਾਂ ਉਹਨੇ ਜੇ ਸਿਆਲ ਦੇ ਵਿੱਚ ਆਪਣੇ ਵੀ ਕੁਟੁੰਬਾਂ ਨੂੰ ਉਹਨਾਂ ਨੂੰ ਬਚਾਉਣਾ ਤੇ ਉਹਦੇ ਲਈ ਕਿਹੜੇ ਕਿਹੜੇ ਵੀ ਸੌਖੇ ਤਰੀਕੇ ਜਿਹੜੇ ਟਿਕਾਊ ਵੀ ਹੋਣ ਉਹ ਵੀ ਕੀਤੇ ਜਾ ਸਕਦੇ ਆ ਜੀ? ਸਰਦੀਆਂ ਦੇ ਮੌਸਮ ਦੇ ਹਿਸਾਬ ਨਾਲ ਤੁਹਾਨੂੰ ਮੈਂ ਦੱਸ ਦਿੰਦਾ ਜੀ ਕਿ ਸਾਰਿਆਂ ਨਾਲੋਂ ਪਹਿਲੇ ਜਿਵੇਂ ਤੁਹਾਨੂੰ ਮੈਂ ਦੱਸ ਦਿੱਤਾ ਕਿ ਨਿਰੀਖਣ ਤੁਸੀਂ ਨਿਰੰਤਰ ਕਰਦੇ ਰਹਿਣਾ ਹੈ। ਨਿਰੀਖਣ ਆਪਾਂ ਸਿਰਫ ਉਸੇ ਵੇਲੇ ਕਰਨਾ ਹੈ ਜਦੋਂ ਧੁੱਪ ਖਿੜੀ ਹੈਗੀ ਹੈ, ਸਵੇਰੇ ਔਰ ਸ਼ਾਮ ਦੇ ਵੇਲੇ ਨਹੀਂ ਕਰਨਾ ਜਦੋਂ ਕਿ ਤਾਪਮਾਨ ਘੱਟ ਹੋਵੇ ਜੀ। ਔਰ ਨਿਰੀਖਣ ਦੇ ਦੌਰਾਨ ਆਪਾਂ ਦੇਖਣਾ ਕੀ ਹੈ ਕਿ ਉਹਦੇ ਵਿੱਚ ਖੁਰਾਕ ਪੂਰੀ ਹੈਗੀ ਕਿ ਨਹੀਂ ਹੈਗੀ। ਜੇ ਖੁਰਾਕ ਪੂਰੀ ਨਹੀਂ ਹੈ ਤਾਂ ਆਪਾਂ ਜਿਵੇਂ ਤੁਹਾਨੂੰ ਮੈਂ ਹੁਣੇ ਦੱਸ ਦਿੱਤਾ ਕਿ ਖੁਰਾਕ ਉਸ ਤਰੀਕੇ ਨਾਲ ਕੁਟੁੰਬਾਂ ਨੂੰ ਦੇ ਦੇਣੀ ਹੈ। ਦੂਜੀ ਚੀਜ਼ ਆਪਾਂ ਇਹ ਵੇਖਣੀ ਹੈਗੀ ਹੈ ਕਿ ਰਾਣੀ ਮੱਖੀ ਵਧੀਆ ਤਰੀਕੇ ਨਾਲ ਅੰਡੇ ਦੇ ਰਹੀ ਹੈ ਕਿ ਨਹੀਂ ਹੈ, ਉਹਦੀ ਉਮਰ ਕਿੰਨੀ ਹੈਗੀ ਹੈ। ਔਰ ਤੀਜੀ ਚੀਜ਼ ਆਪਾਂ ਇਹ ਦੇਖਣੀ ਹੈ ਕਿ ਕੁਟੁੰਬਾਂ ਦੀ ਬਲਤਾ ਕਿੰਨੀ ਹੈਗੀ ਹੈ। ਜੇ ਕੁਟੁੰਬ ਕਮਜ਼ੋਰ ਹੈਗੇ ਕਿਸੇ ਕਾਰਨ ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਕਿ 2 ਕਮਜ਼ੋਰ ਕੁਟੁੰਬਾਂ ਨੂੰ ਆਪਾਂ ਮਿਲਾ ਵੀ ਸਕਦੇ ਹਾਂ। ਉਹਦੇ ਲਈ ਆਪਾਂ ਇੱਕ ਨਿਊਜ਼ਪੇਪਰ ਮੈਥਡ ਕਹਿੰਦੇ ਆ ਕਿ ਅਖਬਾਰ ਵਾਲਾ ਤਰੀਕਾ ਉਹ ਵਰਤ ਸਕਦੇ ਆ। ਇਹ ਤਾਂ ਹੋ ਗਿਆ ਕਿ ਨਿਰੀਖਣ ਕਰਨਾ, ਉਹਦੇ ਵਿੱਚ ਕੀ ਘਾਟ ਹੈਗੀ ਉਹ ਕਰਨਾ। ਜੇ ਆਪਾਂ ਨੂੰ ਇੱਕ ਹੋਰ ਗੱਲ ਹੈ ਜਿਵੇਂ ਕਿ ਸਾਡਾ ਪਤਝੜ ਦਾ ਮੌਸਮ ਗੁਜ਼ਰਿਆ, ਉਸ ਤੋਂ ਬਾਅਦ ਜਦੋਂ ਸਰਦੀਆਂ ਦਾ ਮੌਸਮ ਆਉਂਦਾ ਤਾਪਮਾਨ ਘਟਦਾ ਹੈ ਤਾਂ ਆਪਾਂ ਕੁਟੁੰਬਾਂ ਨੂੰ ਨਿੱਘਾ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਨਿੱਘਾ ਰੱਖਣ ਦਾ ਭਾਵ ਸਾਡਾ ਇਹ ਹੈ ਕਿ ਆਪਾਂ ਕੁਟੁੰਬਾਂ ਨੂੰ ਥੋੜਾ ਥੋੜਾ ਧੁੱਪ ਵੱਲ ਲੈ ਕੇ ਜਾਣਾ। ਇਹਦੇ ਲਈ ਸਾਨੂੰ ਖਿਆਲ ਰੱਖਣਾ ਹੈ ਕਿ ਆਪਾਂ 3 ਫੁੱਟ ਤੋਂ ਜ਼ਿਆਦਾ ਇੱਕ ਦਿਨ 'ਚ ਕੁਟੁੰਬ ਤੱਕ ਨਹੀਂ ਖਿਸਕਾਉਣਾ ਜੀ। ਇਸ ਤਰੀਕੇ ਨਾਲ ਆਪਾਂ ਉਹਨੂੰ ਥੋੜਾ ਧੁੱਪੇ ਵੱਲ ਲੈ ਕੇ ਜਾਣਾ। ਦੂਜਾ ਖਿਆਲ ਕਰਨਾ ਕਿ ਉਹਨਾਂ ਦੇ ਆਪਾਂ ਗੇਟ ਛੋਟੇ ਕਰ ਸਕਦੇ ਹਾਂ ਜੀ ਕਿ ਸਿਰਫ ਇੱਕ ਮੱਖੀ ਹੀ ਨਿਕਲ ਸਕੇ, ਐਵੇਂ ਕਰ ਸਕਦੇ ਹਾਂ। ਔਰ ਗੇਟਾਂ ਦੀ ਜਿਹੜੀ ਦਿਸ਼ਾ ਹੈ ਉਹ ਆਪਾਂ ਪੂਰਬ ਦੱਖਣ ਵੱਲ ਕਰਨੀ ਹੈ ਤਾਂ ਕਿ ਉੱਥੇ ਸਿੱਧੀ ਧੁੱਪ ਸੂਰਜ ਦੀ ਪਵੇ ਔਰ ਮੱਖੀਆਂ ਵਧੀਆ ਤਰੀਕੇ ਨਾਲ ਕੰਮ ਕਰ ਸਕਣ ਜੀ। ਇਸ ਤੋਂ ਇਲਾਵਾ ਐਵੇਂ ਹੁੰਦਾ ਹੈ ਕਿ ਸਰਦੀਆਂ ਦੇ ਮੌਸਮ ਵਿੱਚ ਮੱਖੀਆਂ ਦੀ ਬਲਤਾ ਘਟਦੀ ਹੈ। ਜੇ ਫਰੇਮ ਖਾਲੀ ਹੋ ਜਾਂਦੇ ਆ ਤਾਂ ਆਪਾਂ ਫਰੇਮਾਂ ਨੂੰ ਕੱਢ ਕੇ ਸੰਭਾਲ ਲੈਣਾ ਹੈ। ਇਸ ਤੋਂ ਇਲਾਵਾ ਆਪਾਂ ਹੋਰ ਖਿਆਲ ਕਰ ਸਕਦੇ ਕਿ ਜਿਵੇਂ ਸਰਦੀਆਂ ਦੇ ਮੌਸਮ ਵਿੱਚ ਪੂਰਬ ਵੱਲੋਂ ਠੰਡੀਆਂ ਹਵਾਵਾਂ ਚੱਲਦੀਆਂ ਤਾਂ ਆਪਾਂ ਕੋਸ਼ਿਸ਼ ਕਰੀਏ ਜੇ ਸਾਨੂੰ ਕਿਤੇ ਪੂਰਬ ਦੀ ਦਿਸ਼ਾ ਵਿੱਚ ਕੋਈ ਆੜ ਜਾਂ ਹੈਜ ਲੱਗੀ ਹੋਈ ਹੈ ਆਪਾਂ ਉਹਦੀ ਆੜ 'ਚ ਰੱਖ ਸਕਦੇ ਹਾਂ ਤਾਂ ਕਿ ਸਿੱਧੀਆਂ ਠੰਡੀਆਂ ਹਵਾਵਾਂ ਕਲੋਨੀਆਂ ਨੂੰ ਨਾ ਲੱਗਣ ਜੀ। ਤਾਂ ਮੁੱਖ ਤੌਰ ਤੇ ਸਰਦੀਆਂ ਵਿੱਚ ਇਹ ਤਰੀਕੇ ਹੈਗੇ ਜਿਹੜੇ ਕਿ ਸਾਨੂੰ ਅਪਣਾਉਣੇ ਚਾਹੀਦੇ ਹੈਗੇ। ਤੇ ਡਾਕਟਰ ਸਾਹਿਬ ਜਾਂਦੇ ਮੈਂ ਤੁਹਾਡੇ ਕੋਲ ਇਹ ਵੀ ਕਿ ਪਹਿਲਾਂ ਤੁਹਾਡਾ ਵੀ ਸਵਾਲ ਕਰਨਾ ਚਾਹੀਦਾ ਸੀਗਾ, ਪੰਜਾਬ ਦੇ ਵਿੱਚ ਜਿਵੇਂ ਆਪਾਂ ਕਹੀਏ ਵਿਭਿੰਨਤਾ ਵੀ ਉਹ ਜੋ ਮੌਸਮ ਦੀ ਗੱਲ ਕਰੀਏ ਜਾਂ ਥਾਵਾਂ ਦੀ ਗੱਲ ਕਰੀਏ ਕਾਫੀ ਵਿਭਿੰਨਤਾ ਪਰ ਪਰਾਗਣ ਦੇ ਬੜੇ ਵੀ ਮੌਕੇ ਮਿਲ ਜਾਂਦੇ ਨੇ। ਪੰਜਾਬ ਦੇ ਵਿੱਚ ਕਿੰਨੀਆਂ ਸੰਭਾਵਨਾਵਾਂ ਉਹਦੇ ਬਾਰੇ ਤੁਸੀਂ ਜ਼ਿਕਰ ਕਰੋ ਤੇ ਅਖੀਰ 'ਚ ਤੁਸੀਂ ਮਧੂਮੱਖੀ ਪਾਲਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਪੰਜਾਬ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਵੱਖ-ਵੱਖ ਏਰੀਆ ਹੈਗੇ ਜਿਵੇਂ ਕਿ ਆਪਾਂ ਨੀਂਹ ਪਹਾੜੀ ਏਰੀਆ ਤੋਂ ਲੈ ਕੇ ਬਠਿੰਡਾ ਜਾਂ ਬੋਹਰ ਸਾਈਡ ਵੱਲ ਜਾ ਸਕਦੇ ਹਾਂ ਜੀ। ਤਾਂ ਇਹਨਾਂ ਏਰੀਆ ਵਿੱਚ ਇੱਕ ਆਪਣੀ ਖਾਸੀਅਤ ਹੈਗੀ ਹੈ ਜੀ। ਪਰ ਇੱਕ ਗੱਲ ਖਿਆਲ ਕਰਨੀ ਹੈ ਕਿ ਜਿਵੇਂ ਕਿ ਸਰਦੀਆਂ ਦੇ ਵਿਚਕਾਰ ਸਰੋਂ ਦੇ ਫੁੱਲ ਜਿਹੜੇ ਹੈਗੇ ਕਿ ਸਾਡੇ ਕੋਲ ਬਠਿੰਡਾ ਜਾਂ ਬੋਹਰ ਏਰੀਆ ਵਿੱਚ ਸਾਰਿਆਂ ਤੋਂ ਪਹਿਲੇ ਆਉਂਦੇ ਆ। ਉਸ ਤੋਂ ਬਾਅਦ ਜਿਹੜੇ ਹੈਗੇ ਸਾਡੇ ਨੀਂਹ ਪਹਾੜੀ ਏਰੀਆ ਵਿੱਚ ਆਉਣਗੇ ਫੁੱਲ। ਤਾਂ ਇਸ ਤਰੀਕੇ ਨਾਲ ਹੀ ਸਾਨੂੰ ਇਹਨਾਂ ਦੀ ਸਾਂਭ ਸੰਭਾਲ ਵੀ ਥੋੜਾ ਸਾ ਫਰਕ ਜ਼ਰੂਰ ਕਰਨਾ ਹੈਗਾ ਕਿਉਂਕਿ ਜਿਹੜਾ ਕਿ ਨੀਂਹ ਪਹਾੜੀ ਏਰੀਆ 'ਚ ਠੰਡ ਜ਼ਿਆਦਾ ਪੈਣੀ ਹੈਗੀ ਹੈ ਬਨਿਸਬਤ ਕਿ ਜਿਵੇਂ ਬਠਿੰਡਾ ਔਰ ਅਬੋਹਰ ਏਰੀਆ ਵਿੱਚ ਹੋਵੇਗੀ। ਤਾਂ ਇਹਦੇ ਨਾਲ ਹੀ ਮੈਂ ਇੱਕ ਗੱਲ ਥੋੜੀ ਜਿਹੀ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਪੰਜਾਬ ਵਿੱਚ ਕਈ ਵਾਰੀ ਅਚਾਨਕ ਹੀ ਸਾਨੂੰ ਕੋਹਰੇ ਦੀ ਸੰਭਾਵਨਾ ਹੋ ਜਾਂਦੀ ਹੈ ਜਿਸ ਕਾਰਨ ਕਿ ਕਾਫੀ ਕੁਟੁੰਬਾਂ ਦੇ ਖਤਮ ਹੋਣ ਦੇ ਚਾਂਸ ਹੋ ਜਾਂਦੇ ਆ ਜੀ। ਤਾਂ ਉਸ ਵੇਲੇ ਸਾਨੂੰ ਖਿਆਲ ਕਰਨਾ ਚਾਹੀਦਾ ਹੈਗਾ ਕਿ ਸਾਨੂੰ ਪੈਕਿੰਗ ਜ਼ਰੂਰ ਦੇ ਦੇਣੀ ਚਾਹੀਦੀ ਹੈ ਜੀ। ਪੈਕਿੰਗ ਇਹ 2 ਤਰ੍ਹਾਂ ਦੀ ਹੈਗੀ ਹੈ, ਜਾਂ ਤਾਂ ਤੁਸੀਂ ਅੰਦਰਲੀ ਪੈਕਿੰਗ ਦੇ ਸਕਦੇ ਹੋ ਜਾਂ ਬਾਹਰਲੀ ਪੈਕਿੰਗ ਦੇ ਸਕਦੇ ਹੋ ਜੀ। ਪੈਕਿੰਗ ਦਾ ਸਾਡਾ ਭਾਵ ਕੀ ਹੈ? ਪੈਕਿੰਗ ਦਾ ਭਾਵ ਸਾਡਾ ਇਹ ਹੈ ਕਿ ਆਪਾਂ ਜੇ ਕਲੋਨੀਆਂ ਵਿੱਚ 6 ਜਾਂ 7 ਫਰੇਮ ਮੱਖੀਆਂ ਦੇ ਹੈਗੇ ਆ ਤਾਂ ਆਪਾਂ ਉਹਨਾਂ ਨੂੰ ਵਿਚਕਾਰ ਕਰਕੇ ਦੋਵੇਂ ਸਾਈਡ ਤੇ ਡੱਬੀ ਬੋਰਡ ਲਗਾਣੇ ਆ ਤਾਂ ਪਰਾਲੀ ਜਿਹੜੀ ਬਿਲਕੁਲ ਸੁੱਕੀ ਹੈਗੀ ਹੈ ਉਹਨੂੰ ਅਖਬਾਰ ਜਾਂ ਪਲਾਸਟਿਕ ਦੀ ਸ਼ੀਟ ਵਿੱਚ ਭਰ ਕੇ ਉਹਨਾਂ ਨੂੰ ਸਾਈਡਾਂ ਤੇ ਪੈਕਿੰਗ ਦੇ ਦੇਣੀ ਹੈ ਤਾਂ ਕਿ ਮੱਖੀਆਂ ਨੂੰ ਆਪਣਾ ਕੁਟੁੰਬ ਦਾ ਤਾਪਮਾਨ ਬਣਾਉਣ 'ਚ ਮੁਸ਼ਕਲ ਨਾ ਆਵੇ। ਜੇ ਹੋਰ ਕੋਹਰੇ ਦੀ ਸੰਭਾਵਨਾ ਹੈਗੀ ਹੈ ਤੁਹਾਨੂੰ ਕੋਈ ਜ਼ਿਆਦਾ ਦੇਰ ਤੱਕ ਕੋਹਰਾ ਪੈ ਸਕਦਾ ਤਾਂ ਆਪਾਂ ਕਲੋਨੀਆਂ ਦੇ ਕੁਟੁੰਬਾਂ ਦੇ ਬਾਹਰ ਵੀ ਆਪਾਂ ਪੈਕਿੰਗ ਦੇ ਸਕਦੇ ਹਾਂ ਜੀ। ਤਾਂ ਇਹ ਚੀਜ਼ਾਂ ਦਾ ਆਪਾਂ ਖਿਆਲ ਜ਼ਰੂਰ ਰੱਖਣਾ ਸਰਦੀਆਂ ਦੇ ਮੌਸਮ ਵਿੱਚ ਜੀ। ਡਾਕਟਰ ਸਾਹਿਬ
ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਸਿਆਲ ਦੇ ਮੌਸਮ ਦੇ ਵਿੱਚ ਅਸੀਂ ਕੁਟੁੰਬਾਂ ਦੀ ਕਿਵੇਂ ਰੱਖ ਰਖਾਵ ਕਰਨਾ ਹੈ, ਜੇ ਅਸੀਂ ਉਹਨਾਂ ਦੀ ਜੋ ਖੁਰਾਕ ਹੈ, ਖੁਰਾਕ ਦਾ ਪ੍ਰਬੰਧ ਕਿਵੇਂ ਕਰਨਾ ਹੈ, ਉਸ ਤੋਂ ਇਲਾਵਾ ਵੀ ਜੇ ਸਰਦ ਹਵਾਵਾਂ ਨੇ ਤੇ ਉਸ ਵੇਲੇ ਅਸੀਂ ਕਿਹੜੀਆਂ ਚੀਜ਼ਾਂ ਧਿਆਨ 'ਚ ਰੱਖਣੀਆਂ। ਬਹੁਤ ਵਧੀਆ ਡਾਕਟਰ ਸਾਹਿਬ ਨੇ ਜਾਣਕਾਰੀ ਪ੍ਰਦਾਨ ਕੀਤੀ। ਕਿਸਾਨ ਵੀਰੋ, ਛੋਟੀ ਛੋਟੀ ਚੀਜ਼ਾਂ ਜਿਵੇਂ ਹੁਣ ਮਧੂਮੱਖੀ ਪਾਲਣ, ਆਹ ਮੈਂ ਤੁਹਾਨੂੰ ਦਿਖਾ ਰਿਹਾ, ਸਿਟਰਸ ਕਲਟੀਵੇਸ਼ਨ, ਫੁੱਲਾਂ ਦੀ ਕਾਸ਼ਤ ਅਤੇ ਲੈਂਡਸਕੇਪਿੰਗ, ਠੀਕ ਹੈ ਜੀ, ਖੁੰਭ ਉਤਪਾਦਨ, ਇਹ ਛੋਟੀਆਂ ਛੋਟੀਆਂ ਕਿਤਾਬਾਂ ਇਹ 180 ਦੇ ਕਰੀਬ ਯੂਨੀਵਰਸਿਟੀ ਵੱਲੋਂ ਇਹ ਵਿਕਸਿਤ ਕੀਤੀਆਂ ਜਾਂਦੀਆਂ। ਤੁਸੀਂ ਬੜੇ ਸੌਖੇ ਤਰੀਕੇ ਨਾਲ ਲੈ ਸਕਦੇ ਹੋ। ਤੁਹਾਨੂੰ ਮੈਂ ਦੱਸ ਚੁੱਕਾ, ਤੁਸੀਂ ਡਾਕ ਰਾਹੀਂ ਵੀ ਇਹ ਕਿਤਾਬਾਂ ਲੈ ਸਕਦੇ ਹੋ। ਯੂਨੀਵਰਸਿਟੀ ਦੇ ਵੱਖ ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਵੀ ਇਹ ਕਿਤਾਬਾਂ ਮਿਲ ਸਕਦੀਆਂ। ਯੂਨੀਵਰਸਿਟੀ ਨੇ ਇੱਕ ਨਵੇਕਲਾ ਉਪਰਾਲਾ ਕੀਤਾ ਹੈ ਜਿਹੜਾ ਕਿ ਆਨਲਾਈਨ ਤੁਸੀਂ ਇਹ ਕਿਤਾਬਾਂ ਮੰਗਾ ਸਕਦੇ ਹੋ। ਸਾਡਾ ਇੱਕ ਧਿਆਨ ਰੱਖਣਾ, ਕੋਈ ਫਲਿੱਪਕਾਰਟ, ਅਮੇਜ਼ਨ ਵਾਂਗੂ ਸਾਡੇ ਕੋਈ ਇਹਦੇ ਡਿਲੀਵਰੀ ਦੇ ਚਾਰजेस ਨਹੀਂ, ਕੋਈ ਪੋਸਟਲ ਦੇ ਚਾਰजेस ਨਹੀਂ ਹੈ। ਅਸੀਂ ਫ੍ਰੀ ਆਫ ਕਾਸਟ ਇਹ ਕਿਤਾਬਾਂ ਤੁਹਾਡੇ ਤੱਕ ਮੁਹੱਈਆ ਕਰਾਉਣੀਆਂ। ਮੈਂ ਆਪਣੇ ਸਾਥੀਆਂ ਨੂੰ ਬੇਨਤੀ ਕਰਾਂਗਾ ਵੀ ਜਿਹੜਾ ਉਹ ਨੰਬਰ ਹੈ ਜਿੱਥੇ ਤੁਸੀਂ ਇਹ ਕਿਤਾਬਾਂ ਵੀ ਲੈ ਸਕਦੇ ਹੋ, ਤੇ ਉਸ ਤੋਂ ਬਾਅਦ ਤੁਸੀਂ ਜਿਹੜੀ ਰਸੀਦ ਪ੍ਰਾਪਤ ਕਰਨੀ ਹੈ, ਤੁਸੀਂ ਕਿਹੜੇ ਨੰਬਰ ਤੇ ਭੇਜਣੀ ਹੈ, ਉਹ ਤੁਹਾਡੇ ਨਾਲ ਮੈਂ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਹਾਂ। ਮੈਂ ਪਹਿਲਾਂ ਹੀ ਜ਼ਿਕਰ ਕੀਤਾ, ਇਹ ਜਿਹੜੀ ਸਾਡੀ ਯੂਨੀਵਰਸਿਟੀ ਦਾ ਜੋ ਮਾਸਿਕ ਰਸਾਲਾ ਹੈ ਚੰਗੀ ਖੇਤੀ ਦੇ ਪ੍ਰੋਗਰੈਸਿਵ ਫਾਰਮਿੰਗ, ਉਹ 20 ਰੁਪਏ ਦਾ ਮਾਤਰ ਅਸੀਂ ਦੇ ਰਹੇ ਹਾਂ, ਤੇ ਸਾਲ ਦਾ 200 ਰੁਪਏ ਦਾ ਚੱਲਦਾ ਹੈ, 5 ਸਾਲਾਂ ਦੀ 800 ਰੁਪਏ ਦਾ ਹੈ। ਤੇ ਇਸੇ ਤਰ੍ਹਾਂ ਹੀ ਆਪਾਂ ਜੇ ਗੱਲ ਕਰੀਏ, ਤੁਸੀਂ ਉਹ ਚਾਹੇ ਆਪਣੇ ਜੇ ਕਈ ਆਨਲਾਈਨ ਮੰਗਵਾਉਣਾ ਤਾਂ ਆਨਲਾਈਨ ਮੰਗਵਾਉਣ ਦੇ ਲਈ ਤੁਸੀਂ ਬੈਂਕ ਆਫ ਬਰੋਦਾ ਦੇ ਨਾਂ ਤੇ ਵੀ ਜਾਣਾ, ਮੈਂ ਕੰਟਰੋਲਰ ਪੀਏਯੂ ਦੇ ਨਾਂ ਤੇ ਖਾਤਾ ਧਾਰਕ ਹੈ। ਖਾਤਾ ਨੰਬਰ ਮੈਂ ਸਾਥੀਆਂ ਕੋਲ ਇਹਨੂੰ ਜ਼ਰੂਰ ਥੋੜਾ ਫੋਕਸ ਕਰਨਾ। ਤੁਸੀਂ ਇਸ ਖਾਤੇ ਨੰਬਰ ਤੇ ਜਾ ਕੇ ਆਪਣਾ ਭੁਗਤਾਨ ਕਰਨਾ, ਤੇ ਭੁਗਤਾਨ ਯਾਦ ਰੱਖਣਾ ਘਰੇ ਬਹਿ ਕੇ ਕਰਨਾ, ਤੁਸੀਂ ਬੈਂਕ ਨਹੀਂ ਜਾਣਾ, ਘਰੇ ਬਹਿ ਕੇ ਭੁਗਤਾਨ ਕਰਨਾ। ਤੇ ਉਹ ਭੁਗਤਾਨ ਕਰਨ ਤੋਂ ਬਾਅਦ ਇੱਕ ਤੁਹਾਨੂੰ ਰਸੀਦ ਮਿਲੂਗੀ। ਉਹ ਰਸੀਦ ਤੁਸੀਂ ਜਿਹੜਾ ਥੱਲੇ ਨੰਬਰ ਦੱਸਿਆ 82 880 57 707, ਤੁਸੀਂ ਇਸ ਨੰਬਰ ਤੇ ਉਹ ਰਸੀਦ ਨੂੰ ਚਾਹੇ WhatsApp ਕਰ ਦਿਓ ਜਾਂ businessmanager@pau.edu ਤੇ ਉਸ ਚੀਜ਼ ਨੂੰ ਮੇਲ ਕਰ ਦਿਓ। ਉਹਦੇ ਤੁਸੀਂ ਆਪਣਾ ਨਾਮ, ਸਰਨਾਮਾ, ਡਾਕਖਾਨਾ, ਜ਼ਿਲ੍ਹਾ, ਪਿੰਨ ਕੋਡ, ਸਭ ਕੁਝ ਤੁਸੀਂ ਉਹ ਲਿਖ ਦੇਣ, ਤੇ ਤੁਹਾਡੇ ਕੋਲ ਅਗਲੇ ਮਹੀਨੇ ਤੋਂ ਹੀ ਉਹ ਚਾਹੇ ਉਹ ਆਪਣੀ ਮਾਸਿਕ ਰਸਾਲਾ ਲਗਾਈਏ ਉਹ ਪਹੁੰਚਣਾ ਸ਼ੁਰੂ ਹੋ ਜਾਊਗਾ, ਜਾਂ ਜੇ ਤੁਸੀਂ ਕਿਸੇ ਤਰ੍ਹਾਂ ਕੋਈ ਕਿਤਾਬਚੇ ਮੰਗਾਏ ਨੇ ਤਾਂ ਤੁਹਾਡੇ ਕੋਲ ਉਹ ਕਿਤਾਬਚੇ ਮਿਲਣ ਲੱਗ ਜਾਣਗੇ। ਸੋ ਕਿਸਾਨ ਵੀਰੋ, ਇਸ ਤੋਂ ਬਾਅਦ ਅੱਗੇ ਗੱਲ ਕਰਦੇ, ਜਿਵੇਂ ਅਸੀਂ ਪਹਿਲਾਂ ਹੀ ਗੱਲ ਕੀਤੀ ਸੀ ਵੀ ਹਾਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਸੀਂ ਖਾਸ ਕਰਕੇ ਪਿੰਡ ਸਵਾਣੀਆਂ ਦੇ ਲਈ ਇਹ ਪ੍ਰੋਗਰਾਮ ਉਲੀਕਿਆ ਸੀਗਾ, ਕਿਸ ਤਰ੍ਹਾਂ ਉਹ ਆਪਣੇ ਆਰਥਿਕ ਤੌਰ ਤੇ ਮਜ਼ਬੂਤੀ ਉਹ ਲੈ ਸਕਦੇ ਨੇ। ਮਜ਼ਬੂਤੀ ਆਰਥਿਕ ਤੌਰ ਤੇ ਲਿਆਉਣ ਦੇ ਲਈ ਸਿਖਲਾਈਆਂ ਬਹੁਤ ਜ਼ਰੂਰੀ ਹੈ। ਸਿਖਲਾਈਆਂ ਬਾਰੇ ਵੀ ਪਹਿਲਾਂ ਮੈਡਮ ਕਿਰਨ ਗਰੋਵਰ ਤੇ ਡਾਕਟਰ ਸੁਖਦੀਪ ਮਾਨ ਉਹ ਜ਼ਿਕਰ ਕਰਕੇ ਚੁੱਕੇ ਨੇ। ਸਕਿੱਲ ਡਿਵੈਲਪਮੈਂਟ ਸੈਂਟਰ ਕਿਹੜੇ ਸਿਖਲਾਈ ਦੇ ਕੋਰਸ ਨੇ, ਉਹਨਾਂ ਬਾਰੇ ਅਸੀਂ ਬੇਨਤੀ ਕੀਤੀ ਸੀ ਡਾਕਟਰ ਰੁਪਿੰਦਰ ਕੌਰ ਜੀ ਨੂੰ ਤੇ ਡਾਕਟਰ ਕਮਲ ਜੀ ਨੂੰ। ਆਪ ਜੀ ਦਾ ਸਵਾਗਤ ਹੈ ਜੀ। ਮੈਡਮ, ਇਹ ਸਿਖਲਾਈਨਾਮੇ ਬਾਰੇ ਤੁਸੀਂ ਇਹ ਪਲੀਜ਼ ਵੀ ਕਮਲ ਜੀ ਨਾਲ ਜ਼ਰੂਰੀ ਵਿਚਾਰ ਚ ਭਾਗ ਲਓ, ਮੈਂ ਨਾਲ ਆਪ ਜੀ ਦਾ ਸਾਥ ਦਵਾਂਗਾ ਜੀ। ਮੈਡਮ, ਬਹੁਤ ਬਹੁਤ ਧੰਨਵਾਦ ਡਾਕਟਰ ਨੀਲ ਸ਼ਰਮਾ ਜੀ। ਜਿਵੇਂ ਕਿ ਅਸੀਂ ਪਹਿਲਾਂ ਤੋਂ ਹੀ ਜਿਹੜੇ ਕੋਰਸ ਹੈਗੇ ਆ ਸਿਖਲਾਈ ਕੋਰਸਿਸ, ਉਹ ਕਹਿ ਰਹੇ ਕਿਸਾਨ ਘਰ ਦੇ ਵਿੱਚ ਚਲਾਉਂਦੇ ਸੀਗੇ, ਪਰ ਅੱਜ ਉਹੀ ਹੁਣ ਕੋਰਸ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਵਿਖੇ ਲਗਾਏ ਜਾਂਦੇ ਆ, ਤੇ ਇਹਨਾਂ ਬਾਰੇ ਆਪਾਂ ਜਾਣਕਾਰੀ ਅੱਜ ਡਾਕਟਰ ਰੁਪਿੰਦਰ ਜੀ ਤੋਂ ਲਵਾਂਗੇ। ਮੈਮ, ਪਹਿਲਾਂ ਤੁਸੀਂ ਇਹ ਦੱਸੋ ਜੀ ਵੀ ਕਿਹੜੇ ਕਿਹੜੇ ਕੋਰਸ ਹੈ ਜੋ ਕਿਸਾਨ ਵੀਰਾਂ ਲਈ ਅਸੀਂ ਲਗਾਉਂਦੇ ਆ। ਹਾਂਜੀ ਮੈਡਮ, ਅਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਕਿਸਾਨਾਂ ਦੇ ਲਈ ਕਾਫੀ ਜਿਹੜੇ ਸਮੇਂ ਦੇ ਸਿਰ ਕੋਰਸ ਲਗਾਉਂਦੇ ਆ। ਪਹਿਲਾਂ ਤਾਂ ਜਿਹੜਾ ਨਿਰੋਲ ਜਿਹੜੇ ਫਸਲਾਂ ਦੇ ਨਾਲ ਆਧਾਰਿਤ ਹੈ, ਜਿਵੇਂ ਉਹਨਾਂ ਦੇ ਬੀਜ ਉਤਪਾਦਨ ਤੋਂ ਲੈ ਕੇ, ਜਿਵੇਂ ਬਹੁਤ ਤਰ੍ਹਾਂ ਦੇ ਬੀਜ ਪੈਦਾ ਕਰਨੇ, ਨਰਸਰੀ ਤਿਆਰ ਕਰਨੀ, ਇਵੇਂ ਜਿਹੜੀ ਹੁਣ ਜੈਵਿਕ ਖੇਤੀ ਦਾ ਬਹੁਤ ਹੋ ਗਿਆ, ਜੈਵਿਕ ਖੇਤੀ ਬਾਰੇ, ਤੇ ਬਹੁਤ ਜਿਹੜੀ ਆ ਜਿੰਨੇ ਵੀ ਖੇਤੀਬਾੜੀ ਨਾਲ ਸੰਬੰਧਿਤ ਆ, ਚਾਹੇ ਉਹ ਫਸਲਾਂ ਹੈਗੀਆਂ ਸਬਜ਼ੀਆਂ ਵਾਲੀਆਂ, ਚਾਹੇ ਫੁੱਲਾਂ ਵਾਲੀਆਂ, ਚਾਹੇ ਉਹ ਹੈਗੀਆਂ ਫਲਦਾਰ ਬੂਟਿਆਂ ਬਾਰੇ। ਸੋ ਇਹਨਾਂ ਦੀ ਕਾਸ਼ਤ ਕਿਸ ਤਰ੍ਹਾਂ ਕਰਨੀ ਆ। ਸੋ ਦੂਜੀ ਇੱਕ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ, ਜਿਵੇਂ ਹੁਣ ਪਰਾਲ ਦੀ, ਹੈ ਨਾ, ਬਹੁਤ ਜਿਵੇਂ ਜਿਹੜੀ ਆਪਾਂ ਪਰਾਲੀ ਆ ਉਹ ਕਿਵੇਂ ਸੰਭਾਲ ਕਰਨੀ ਹੈ, ਫਸਲਾਂ ਦੀ ਰਹਿੰਦ ਖੂੰਦ ਨੂੰ ਸੰਭਾਲ ਕਰਕੇ ਇਸ ਤਰ੍ਹਾਂ ਸੰਭਾਲ ਕਰੀਏ ਜਿਹਦੇ ਨਾਲ ਉਪਜਾਊ ਸ਼ਕਤੀ ਵੀ ਕਾਇਮ ਰਹਿ ਸਕੇ, ਤੇ ਦੂਜਾ ਜਿਹੜਾ ਉਹਦੇ ਵਿੱਚ ਆਪਾਂ ਉਹਦੇ ਤੋਂ ਹੋਰ ਊਰਜਾ ਵੀ ਲੈ ਸਕੀਏ। ਸੋ ਇਹ ਜੇ ਇੱਕ ਤਾਂ ਦੂਸਰੇ ਕੋਰਸਸ ਅਸੀਂ ਲਾਉਂਦੇ ਹਾਂ ਜਿਹੜੇ ਵੀ ਖੇਤੀ ਦੀਆਂ ਉਪਜਾਂ ਨੂੰ ਇੱਕ ਉਤਪਾਦਾਂ ਦੇ ਵਿੱਚ ਬਦਲ ਸਕੀਏ, ਤਾਂ ਕਿ ਕਿਸਾਨ ਵੱਧ ਮੁਨਾਫਾ ਲੈ ਸਕਣ, ਚਾਹੇ ਉਹ ਉਤਪਾਦ ਦਾਲਾਂ ਹੋਣ, ਚਾਹੇ ਅਨਾਜ ਹੋਣ, ਚਾਹੇ ਦੁੱਧ ਹੋਵੇ, ਚਾਹੇ ਸੋਇਆਬੀਨ ਹੋਵੇ। ਸੋ ਇਹ ਜਿਹੀਆਂ ਜਿਹੜਾ ਉਹਨਾਂ ਤੋਂ ਬਹੁਤ ਭਾਂਤੀ ਉਤਪਾਦ ਤਿਆਰ ਕਰਨ ਵਾਲੀ ਜਿਹੜੀ ਟ੍ਰੇਨਿੰਗ ਲਗਾਉਂਦੇ ਆ, ਤਾਂ ਕਿ
ਉਹ ਆਪਣੀ ਇੱਕ ਐਗਰੋ ਇੰਡਸਟਰੀ ਸਥਾਪਿਤ ਕਰ ਸਕਣ। ਤੇ ਇਸੇ ਤਰ੍ਹਾਂ ਦੇ ਕੋਰਸ ਲਗਾਉਣੇ ਆ ਜਿਹੜੇ ਅਸੀਂ ਵੀ, ਉਹ ਕੋਈ ਸਹਾਇਕ ਧੰਦੇ ਸ਼ੁਰੂ ਕਰ ਸਕਣ ਜਿਹੜੇ ਕਿ ਜਿਹਦੇ ਵਿੱਚ ਜਿਹੜਾ ਰॉ ਮਟੀਰੀਅਲ ਵਰਤਿਆ ਜਾਣਾ ਉਹ ਖੇਤੀ ਦਾ ਹੀ ਹੋਵੇ, ਚਾਹੇ ਖੁੰਭਾਂ ਪਾਲਣ ਦਾ ਧੰਦਾ ਹੋਵੇ, ਬੀ ਕੀਪਿੰਗ ਦਾ ਹੋਵੇ। ਸੋ ਉਹ ਜਿਹੇ ਧੰਦੇ ਸ਼ੁਰੂ ਕਰਨ ਦੇ ਨਾਲ ਉਹਨਾਂ ਦੇ ਜਿਹੜੀ ਆਮਦਨ ਵਿੱਚ ਵਾਧਾ ਹੁੰਦਾ। ਸੋ ਇੱਕ ਹੋਰ ਮਹੱਤਵਪੂਰਨ ਕੋਰਸ ਜਿਹੜਾ ਲੱਗਦਾ ਕਿਸਾਨਾਂ ਦੇ ਲਈ ਉਹ ਹੈਗਾ ਯੰਗ ਫਾਰਮਰਸ ਟ੍ਰੇਨਿੰਗ ਕੋਰਸ। 3 ਮਹੀਨੇ ਦਾ ਕੋਰਸ ਹੈ। 1 ਸਾਲ ਦੇ ਵਿੱਚ ਮੈਡਮ ਅਸੀਂ 2 ਕੋਰਸ ਲਗਾਉਂਦੇ ਆ। ਇੱਕ ਤਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੁੰਦਾ, ਜਨਵਰੀ, ਫਰਵਰੀ, ਮਾਰਚ, ਤੇ ਇੱਕ ਹੈਗਾ ਅਗਸਤ ਤੋਂ ਲੈ ਕੇ ਅਕਤੂਬਰ ਤੱਕ। ਸੋ ਇਹ ਜਿਹੜੇ ਕੋਰਸਸ ਯੰਗ ਫਾਰਮਰਸ ਲਈ ਲਾਏ ਜਾਂਦੇ ਆ। ਸੋ 1 ਦਿਨ ਤੋਂ ਲੈ ਕੇ ਸਮਝ ਲਓ 3 ਮਹੀਨੇ ਤੱਕ ਦੇ ਸਾਡੇ ਜਿਹੜੇ ਸਿਖਲਾਈ ਕੋਰਸ ਹੈ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਜਿਹੜੇ ਅਸੀਂ ਕਿਸਾਨਾਂ ਲਈ ਲਗਾਉਂਦੇ ਹਾਂ। ਮੈਮ ਤੁਸੀਂ ਇਹ ਜੋ ਕੋਰਸਾਂ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹਦੇ ਵਿੱਚ ਸਿਰਫ ਕਿਸਾਨ ਵੀਰ ਹੀ ਭਾਗ ਲੈ ਸਕਦੇ ਹੈ ਜਾਂ ਕਿਸਾਨ ਵੀਰਾਂ ਦੇ ਨਾਲ ਕਿਸਾਨ ਬੀਬੀਆਂ ਵੀ ਭਾਗ ਲੈ ਸਕਦੀਆਂ, ਜਾਂ ਫਿਰ ਤੁਸੀਂ ਕਿਸਾਨ ਬੀਬੀਆਂ ਦੇ ਲਈ ਕੋਈ ਅਲੱਗ ਤੋਂ ਵੀ ਸਪੈਸ਼ਲ ਕੋਰਸਸ ਸਵਾਣੀਆਂ ਦੇ ਲਈ ਵੀ ਉਲੀਕਦੇ ਹੋ? ਹਾਂ ਜੀ ਮੈਡਮ, ਤੁਸੀਂ ਬਹੁਤ ਸੋਹਣਾ ਸਵਾਲ ਕੀਤਾ। ਜਿੰਨੇ ਵੀ ਇਹ ਕੋਰਸ ਹੈ ਜਿਹੜੀਆਂ ਵੀ ਕਿਸਾਨ ਬੀਬੀਆਂ ਚਾਹਵਾਨ ਹੈ ਉਹ ਹਿੱਸਾ ਲੈ ਸਕਦੀਆਂ ਹੈ ਨਾ। ਜਿਹੜੇ ਉਹ ਆਪਣੇ ਰੋਲ ਨਿਭਾਉਂਦੀਆਂ ਉਹਨਾਂ ਨੂੰ ਲੱਗਦਾ ਸਾਨੂੰ ਇਹ ਤਕਨੀਕੀ ਜਾਣਕਾਰੀ ਦੀ ਲੋੜ ਹੈ, ਉਹ ਆਪਣੀ ਜਾਣਕਾਰੀ ਲੈਣ ਲਈ ਉਹਦਾ ਹਿੱਸਾ ਬਣ ਸਕਦੀਆਂ ਕਿਸਾਨਾਂ ਵਾਲੇ ਕੋਰਸਾਂ ਵਿੱਚ ਵੀ। ਇਹ ਤੋਂ ਬਿਨਾਂ ਕੁਝ ਅਸੀਂ ਗ੍ਰਹਿ ਵਿਗਿਆਨ ਨਾਲ ਸੰਬੰਧੀ ਕੋਰਸ ਹੈ ਜਿਹੜੇ ਉਹ ਅਸੀਂ ਕਿਸਾਨ ਬੀਬੀਆਂ ਲਈ ਵੀ ਲਾਉਂਦੇ ਹਾਂ। ਜਿਵੇਂ ਉਹਨਾਂ ਨੇ ਚਾਹੇ ਹੋਮ ਬੇਕਰੀ ਦਾ ਹੀ ਕੰਮ ਸ਼ੁਰੂ ਕਰਨਾ, ਬਹੁਤ ਚੀਜ਼ਾਂ ਤਾਂ ਅਸੀਂ ਅਨਾਜ ਦੀ ਸਾਂਭ ਸੰਭਾਲ ਵੇਲੇ ਵੀ ਉਹਨਾਂ ਨੂੰ ਚੀਜ਼ਾਂ ਕਵਰ ਕਰ ਦਿੰਦੇ ਹਾਂ। ਪਰ ਬੇਕਰੀ ਦੇ ਵਿੱਚ ਜਿਵੇਂ ਅਸੀਂ ਕੇਕ, ਬਿਸਕੁਟ ਬਣਾਉਣਾ, ਅਚਾਰ, ਚਟਨੀਆਂ ਬਣਾਉਣਾ, ਫਲਾਂ ਫੁੱਲਾਂ ਦੀ ਸਾਂਭ ਸੰਭਾਲ, ਫਲਾਂ ਤੇ ਸਬਜ਼ੀਆਂ ਦੀ ਸਾਂਭ ਸੰਭਾਲ ਦਾ ਹੋ ਜਾਂਦਾ। ਸੇ ਐਵੇਂ ਉਹਨਾਂ ਦੇ ਜਿਹੜੇ ਹੈਗੇ ਉਹਨਾਂ ਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਹੁੰਦਾ, ਬੱਚਿਆਂ ਦੀ ਖੁਰਾਕ, ਪਰਿਵਾਰ ਦੀ ਖੁਰਾਕ, ਤਾਂ ਕਿ ਉਹ ਆਪਣੇ ਪਰਿਵਾਰ ਨੂੰ ਇੱਕ ਪੌਸ਼ਟਿਕ ਖੁਰਾਕ ਪ੍ਰਦਾਨ ਕਰ ਸਕਣ। ਸੋ ਇਹ ਜਿਹੇ ਜਿਹੜੇ ਕੋਰਸ ਬੀਬੀਆਂ ਲਈ ਲਗਾਏ ਜਾਂਦੇ ਆ। ਬੀਬੀਆਂ ਦੇ ਲਈ ਤਾਂ ਇਹ ਹੈ ਵੀ ਕਿਉਂਕਿ ਉਹਨਾਂ ਦਾ ਪ੍ਰਮੁੱਖ ਕੰਮ ਹੈ ਪਰਿਵਾਰ ਨੂੰ ਪਾਲਣਾ, ਬੱਚਿਆਂ ਨੂੰ ਸਾਂਭ ਸੰਭਾਲਣਾ। ਇੱਕ ਕੋਰਸ ਅਸੀਂ ਬੱਚਿਆਂ ਦੀ ਪੜ੍ਹਾਈ ਲਈ ਸਪੈਸ਼ਲ ਲਾਉਂਦੇ ਆ ਤਾਂ ਕਿ ਕੈਰੀਅਰ ਕਾਉਂਸਲਿੰਗ ਦਾ, ਕਿਉਂਕਿ ਅਸੀਂ ਪਿੰਡਾਂ 'ਚੋਂ, ਜਿਵੇਂ ਅਸੀਂ ਵੀ ਪਿੰਡਾਂ 'ਚੋਂ ਆਏ ਹਾਂ, ਉਹ ਜੀ ਬੈਕਗਰਾਊਂਡ 'ਚ ਇਹ ਪਤਾ ਹੀ ਨਹੀਂ ਹੁੰਦਾ। ਅਸੀਂ ਰਿਜ਼ਲਟ 10ਵੀਂ ਦਾ 12ਵੀਂ ਦਾ ਉਡੀਕਦੇ ਰਹਿ ਜਾਂਦੇ ਆ, ਉਦੋਂ ਨੂੰ ਐਡਮਿਸ਼ਨਾਂ ਦਾ ਕੰਮ ਖਤਮ ਹੋ ਜਾਂਦਾ ਹੈ, ਲੋਕੀ ਐਡਮਿਸ਼ਨਾਂ ਕਰਾ ਜਾਂਦੇ ਆ। ਤੇ ਅਸੀਂ ਇੱਕ ਸਪੈਸ਼ਲ ਕੋਰਸ ਕਰਾਈਦਾ ਤਾਂ ਬੱਚਿਆਂ ਦੀ ਉਚੇਰੀ ਸਿੱਖਿਆ ਦੇ ਬਾਬਤ 10ਵੀਂ ਤੇ 12ਵੀਂ ਦੇ ਜਿਹੜੇ ਬੱਚੇ ਉਹਨਾਂ ਨੇ ਪੇਪਰ ਦਿੱਤੇ ਹੁੰਦੇ ਆ, ਸਾਡੇ ਕੋਲ ਉਹ ਵੀ ਆਉਂਦੇ ਆ, ਬੱਚਿਆਂ ਦੇ ਮਾਪੇ ਵੀ ਆਉਂਦੇ ਆ, ਅਧਿਆਪਕ ਵੀ ਆਉਂਦੇ ਆ, ਤਾਂ ਕਿ ਅਸੀਂ ਯੂਨੀਵਰਸਿਟੀ ਦੇ ਵਿੱਚ ਕਿਹੜੇ ਉਹਨਾਂ ਦੀਆਂ ਉਚੇਰੀ ਸਿੱਖਿਆ ਦੇ ਇੱਥੇ ਪ੍ਰੋਗਰਾਮ ਚੱਲ ਰਹੇ ਆ, ਅਸੀਂ ਉਹਨਾਂ ਨੂੰ ਜਾਗਰੂਕ ਕਰਦੇ ਹਾਂ। ਜੀ ਮੈਮ, ਬਹੁਤ ਵਧੀਆ ਉਪਰਾਲਾ ਇਹ ਜੀ। ਮੈਡਮ ਮੈਂ ਇਸ ਤੋਂ ਅੱਗੇ ਤੁਹਾਨੂੰ ਤੋਂ ਪੁੱਛਣਾ ਚਾਹਾਂਗੀ ਕਿ ਕਈ ਕਿਸਾਨ ਵੀਰ ਜਿਹੜੇ ਯੂਨੀਵਰਸਿਟੀ ਦੇ ਵਿੱਚ ਨਹੀਂ ਪਹੁੰਚ ਸਕਦੇ, ਕਿ ਯੂਨੀਵਰਸਿਟੀ ਉਹਨਾਂ ਲਈ ਵੀ ਕੋਈ ਖਾਸ ਪ੍ਰਬੰਧ ਕਰਦੀ ਹੈ ਜੀ, ਜਿਵੇਂ ਕਿ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਕੋਈ ਟ੍ਰੇਨਿੰਗ ਸੈਂਟਰ ਹੋਵੇ, ਉੱਥੇ ਟ੍ਰੇਨਿੰਗ ਲੈ ਸਕਣ? ਜੀ ਮੈਮ, ਬਿਲਕੁਲ। ਕਿਸਾਨਾਂ ਦੇ ਲਈ ਇਸ ਖਾਸ ਤੌਰ ਤੇ ਕਿਸਾਨ ਭੈਣਾਂ ਨੂੰ ਤੇ ਬਹੁਤ ਮੁਸ਼ਕਿਲ ਹੁੰਦਾ ਜਿਹੜੇ ਲੁਧਿਆਣੇ ਦੇ ਨੇੜੇ ਤੇੜੇ ਦੀਆਂ ਨਹੀਂ ਹੈ। ਜਿਵੇਂ ਹੁਣ ਅਸੀਂ ਆਹ ਸਮੇਂ 'ਚ ਹੀ ਦੇਖਿਆ, ਹੁਣ ਜਿਵੇਂ ਆਹ ਮਹਾਮਾਰੀ ਦੇ ਮੌਕੇ ਸਾਡੇ ਕੋਲ ਬਹੁਤ ਦੂਰ ਦਰਾਡੇ ਤੋਂ ਕਿਸਾਨ ਬੀਬੀਆਂ ਨੇ ਜਿਹੜੇ ਆਨਲਾਈਨ ਕੋਰਸ ਵਿੱਚ ਭਾਗ ਲਿਆ, ਕਿਉਂਕਿ ਆਨਲਾਈਨ ਥੋੜਾ ਜਿਹਾ ਉਹਨਾਂ ਲਈ ਜਿਹੜਾ ਪਾਰਟਿਸਿਪੇਟ ਕਰਨਾ ਸੌਖਾ ਹੋ ਗਿਆ। ਪਰ ਜਿਹੜੇ ਦੂਰ ਦੇ ਇਲਾਕੇ ਦੀਆਂ ਬੀਬੀਆਂ ਆ, ਕਿਸਾਨ ਬੀਬੀਆਂ, ਕਿਸਾਨ, ਉਹਨਾਂ ਦੇ ਲਈ ਸਾਡੀ ਯੂਨੀਵਰਸਿਟੀ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਹੈ। ਇੱਕ ਡਿਸਟ੍ਰਿਕਟ ਲੈਵਲ ਦੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਜਿੱਥੇ ਪੂਰੀ ਇੱਕ ਫੁੱਲ ਫਲੈਸ਼ਡ ਟੀਮ ਹੈ ਮਾਹਰਾਂ ਦੀ ਨਾ, ਜਿਹੜੇ ਉਹ ਮਾਹਰ ਹੈਗੇ, ਚਾਹੇ ਉਹ ਫਸਲ ਵਿਗਿਆਨ ਦੇ ਨਾਲ ਸੰਬੰਧਿਤ ਵੀ ਆ, ਬਾਗਵਾਨੀ ਦੇ ਨਾਲ ਵੀ ਆ, ਗ੍ਰਹਿ ਵਿਗਿਆਨ ਦੇ ਵੀ ਹੈ, ਤੇ ਐਵੇਂ ਜਿਹੜੇ ਪੌਦ ਸੁਰੱਖਿਆ ਦੇ ਮਾਹਰ ਹੈ, ਕਈ ਥਾਵਾਂ ਤੇ ਇੰਜੀਨੀਅਰ ਹੈ, ਕਈ ਜਗ੍ਹਾ ਤੇ ਪਸ਼ੂ ਵਿਗਿਆਨ ਦੇ ਨਾਲ ਸੰਬੰਧਿਤ ਮਾਹਰ ਹੈ, ਜਿਹੜੇ ਆਪਣੇ ਆਪਣੇ ਵਿਸ਼ਿਆਂ ਤੇ ਉੱਥੋਂ ਤੇ ਆਪਣੇ ਜ਼ਿਲ੍ਹਾ ਪੱਧਰ ਤੇ ਜਿਹੜੀਆਂ ਸਿਖਲਾਈ ਜਿਹੜੇ ਪ੍ਰੋਗਰਾਮ ਜਿਹੜੇ ਉਲੀਕਦੇ ਆ ਤੇ ਲਗਾਉਂਦੇ ਵੀ ਹੈ ਜੀ। ਮੈਡਮ ਜਿਵੇਂ ਕਈ ਕਿਸਾਨ ਵੀਰ ਯੂਨੀਵਰਸਿਟੀ ਦੇ ਵਿੱਚ ਪਹੁੰਚਦੇ ਆ ਦੂਰ ਦਰਾਡੇ ਏਰੀਏ ਦੇ ਵਿੱਚੋਂ, ਕਿ ਉਹਨਾਂ ਦੇ ਰਹਿਣ ਸਹਿਣ ਤੇ ਖਾਣ ਪੀਣ ਦਾ ਪ੍ਰਬੰਧ ਵੀ ਯੂਨੀਵਰਸਿਟੀ ਵੱਲੋਂ ਕੀਤਾ ਜਾਂਦਾ ਹੈ? ਜੀ ਹਾਂਜੀ, ਉਹਨਾਂ ਦਾ ਪ੍ਰਬੰਧ ਜਿਹੜਾ ਕੈਰੋਂ ਕਿਸਾਨ ਘਰ ਜਿਹੜੀ ਬਿਲਡਿੰਗ ਹੈਗੀ, ਬਹੁਤ ਵਧੀਆ ਬਿਲਡਿੰਗ ਬਣੀ ਹੈ, ਕਮਰੇ ਹੈਗੇ ਉਹਨਾਂ ਦੇ ਲਈ, ਬਾਥਰੂਮਸ ਹੈਗੇ। ਸੋ ਉੱਥੇ ਉਹਨਾਂ ਦਾ ਰਹਿਣ ਸਹਿਣ ਦਾ ਕਿਸਾਨਾਂ ਦੇ ਲਈ ਪ੍ਰਬੰਧ ਹੈ। ਕਿਸਾਨ ਬੀਬੀਆਂ ਲਈ ਜਿਹੜਾ ਹੋਸਟਲਾਂ ਦੇ ਵਿੱਚ, ਬੀਬੀਆਂ ਦੇ ਹੋਸਟਲਾਂ ਵਿੱਚ ਪ੍ਰਬੰਧ ਕੀਤਾ ਜਾਂਦਾ। ਜਿਹੜੇ ਕੈਰੋਂ ਕਿਸਾਨ ਘਰ ਵਿੱਚ ਇੱਕ ਮੈਸ ਵੀ ਚੱਲਦੀ ਹੈ, ਤੇ ਜਿਹੜਾ ਰਹਿਣ ਸਹਿਣ ਦਾ ਜਿੰਨਾ ਵੀ ਹੈ ਉਹ ਬਹੁਤ ਹੀ ਜਿਹੜੇ ਵਾਜਬ ਜੇ ਰੇਟਾਂ ਤੇ ਆ। ਜਿਵੇਂ ਇੱਕ ਹੁੰਦਾ ਨਾ, ਆਪਾਂ ਸ਼ਹਿਰ ਆਏ ਆ, ਲੁਧਿਆਣਾ ਬੜਾ ਮਹਿੰਗਾ ਸਾਰੇ ਜਾਣੇ ਕਹਿੰਦੇ ਆ, ਸੋ ਉਹ ਇੱਕ ਮਹਿੰਗਾਈ ਦਾ ਉਹਨਾਂ ਨੂੰ ਇੰਨਾ ਝੱਲਣਾ ਨਹੀਂ ਪੈਂਦਾ, ਤੇ ਉਹਨਾਂ ਦੇ ਲਈ ਬਹੁਤ ਸਸਤੇ ਜੇ ਜਿਹੜੇ ਵਾਜਬ ਜੇ ਰੇਟ ਤੇ ਉਹਨਾਂ ਦੇ ਖਾਣ ਪੀਣ ਦਾ ਤੇ ਰਹਿਣ ਦਾ ਖਰਚਾ ਹੁੰਦਾ।
ਹਾਂਜੀ ਮੈਮ, ਇਸ ਤੋਂ ਇਲਾਵਾ ਹੁਣ ਮੈਮ ਤੁਸੀਂ ਕੋਰਸਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ ਜੀ। ਇਹਨਾਂ ਕੋਰਸਾਂ ਦੇ ਲਈ ਰਾਬਤਾ ਕਿਵੇਂ ਕਾਇਮ ਕਰਨ ਤੁਹਾਡੇ ਨਾਲ ਕਿਸਾਨ ਵੀਰ ਜਾਂ ਕਿਸਾਨ ਬੀਬੀਆਂ, ਤੇ ਇਹਨਾਂ ਕੋਰਸਾਂ ਦੀ ਕੋਈ ਫੀਸ ਵੀ ਯੂਨੀਵਰਸਿਟੀ ਨੇ ਰੱਖੀ ਹੋਈ ਹੈ ਜੀ? ਜੀ ਮੈਡਮ, ਤੁਸੀਂ ਜਿਵੇਂ 2 ਸਵਾਲ ਕੀਤੇ। ਪਹਿਲਾ ਤਾਂ ਹੈਗਾ ਜਿਵੇਂ ਰਾਬਤਾ ਕਾਇਮ ਕਰਨ ਦੇ ਲਈ, ਜਿਵੇਂ ਪੁਰਾਣੇ ਟਾਈਮ 'ਚ ਤਾਂ ਇਹ ਸੀ ਜਿਹਨੇ ਵੀ ਆਉਣਾ ਚੱਲ ਕੇ ਹੀ ਆਉਣਾ, ਇੱਥੇ ਆ ਕੇ ਨਾਮ ਦਰਜ ਕਰਾ ਕੇ ਜਾਂਦੇ ਸੀ। ਸੋ ਫਿਰ ਹੋਇਆ ਵੀ ਜਿਵੇਂ ਆਪਾਂ ਚਿੱਠੀ ਪੱਤਰ ਵਿਹਾਰ ਦੇ ਰਹੀ, ਹੁਣ ਵੀ ਲੋਕ ਬਹੁਤ ਜਾਣੇ ਚਿੱਠੀਆਂ ਪਾਉਂਦੇ ਆ, ਜਿਹਦੇ ਵਿੱਚ ਸਾਡਾ ਡਾਇਰੈਕਟਰ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਅਜੇ ਵੀ ਉਹ ਪੱਤਰ ਪਾ ਸਕਦੇ ਆ। ਦੂਜੇ ਸਾਡੇ ਜਿਹੜੇ ਐਸੋਸੀਏਟ ਡਾਇਰੈਕਟਰ ਸਕਿੱਲ ਡਿਵੈਲਪਮੈਂਟ ਸੈਂਟਰ ਨੂੰ, ਤੇ ਇਹ ਤੋਂ ਬਿਨਾਂ ਫੋਨ ਤੇ ਵੀ ਸੰਪਰਕ ਕੀਤਾ ਜਾ ਸਕਦਾ, ਜਿਵੇਂ ਲੁਧਿਆਣੇ ਦਾ ਕੋਡ ਲਾ ਕੇ 0161 240 1960 ਤੋਂ ਲੈ ਕੇ 89 ਤੱਕ। ਸਾਡੀ ਜਿਹੜੀ ਐਕਸਟੈਂਸ਼ਨ ਹੈ ਸਕਿੱਲ ਡਿਵੈਲਪਮੈਂਟ ਸੈਂਟਰ ਦੀ, ਉਹ ਹੈ 261 ਹੈ ਨਾ। ਇਹ ਤੋਂ ਬਿਨਾਂ ਜਿਹੜਾ ਹੁਣ ਮਾਧਿਅਮ ਚੱਲ ਰਿਹਾ ਆ ਉਹ ਹੈ ਯੂਨੀਵਰਸਿਟੀ ਦੀ ਵੈਬਸਾਈਟ ਤੇ, ਹੈ ਨਾ। ਯੂਨੀਵਰਸਿਟੀ ਦੀ ਵੈਬਸਾਈਟ ਤੇ ਜੇ ਜਾਣਗੇ, ਵੈਬਸਾਈਟ ਹੈਗੀ ਆ www.pau.edu, ਹੈ ਨਾ। ਜਦੋਂ ਵੈਬਸਾਈਟ ਜਦੋਂ ਖੋਲ੍ਹਦੇ ਆ, ਨਾਲ ਦੀ ਨਾਲ ਹੀ ਉਹਦੇ ਤੇ ਹੋਮ ਪੇਜ ਆ ਜਾਂਦਾ ਆ। ਹੋਮ ਪੇਜ ਦੇ ਉੱਤੇ ਜਿਹੜੇ ਟਿਮਾਂ ਦੇ ਅੱਖਰ ਹੈ ਨਾ, ਜਿਹੜੇ ਬਲਿੰਕ ਕਰ ਰਹੇ ਹੁੰਦੇ ਆ, ਉਹਦੇ ਤੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਜਿਹੜੇ ਲੱਗਣ ਵਾਲੇ ਕੋਰਸਸ ਆ ਉਹ ਤੇ ਕਰ ਸਕਦੇ। ਇਹੀ ਤੁਸੀਂ ਆਈਕਨ ਦੀ ਗੱਲ ਬਿਲਕੁਲ ਜੀ, ਬਿਲਕੁਲ ਬਿਲਕੁਲ। ਇਹ ਆਈਕਨ ਦਿਖਾਓ ਤੁਸੀਂ। ਹਾਂਜੀ, ਜਿਵੇਂ ਇਸ ਆਈਕਨ ਤੇ ਲਿਖਿਆ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਿਖਲਾਈ ਕੋਰਸਾਂ ਲਈ ਅਰਜ਼ੀ ਦੇਣ ਲਈ ਇਸ ਲਿੰਕ ਤੇ ਕਲਿੱਕ ਕਰੋ। ਜਦੋਂ ਕਲਿੱਕ ਕਰਦੇ ਆ, ਨਾਲ ਦੀ ਨਾਲ ਹੀ ਇੱਕ ਲਿਸਟ ਆ ਜਾਂਦੀ ਹੈ ਟ੍ਰੇਨਿੰਗ ਕੋਰਸ ਦੀ। ਜਦੋਂ ਤੁਸੀਂ ਜਿਹੜਾ ਵੀ ਆਉਣ ਵਾਲੇ ਮਹੀਨਿਆਂ ਵਿੱਚ ਕੋਰਸ ਹੈ, ਉਹਦੇ ਤੇ ਇੱਕ ਟਾਈਮ ਤੇ ਇੱਕ ਕਲਿੱਕ ਕਰ ਸਕਦੇ ਹੋ। ਪਰ ਜਿਹੜੇ ਵੀ ਲਈ ਤੁਸੀਂ ਕੋਰਸਾਂ ਲਈ ਚਾਹਵਾਨ ਆ, ਤੁਸੀਂ ਵਾਰੀ-ਵਾਰੀ ਆਪਦਾ ਕੋਈ ਅਰਜ਼ੀ ਦੇ ਸਕਦੇ ਹੋ। ਕੋਈ ਇੱਕ ਪੈਸਾ ਨਹੀਂ ਲੱਗਦਾ, ਬਿਲਕੁਲ ਜਿਹੜਾ ਕਰਨ ਦਾ ਤੁਹਾਡਾ ਅਪਲਾਈ ਕਰਨ ਦੇ ਨਾਲ ਕੋਈ ਵੀ ਪੈਸਾ ਨਹੀਂ ਲੱਗਣਾ। ਇੱਕ ਹਾਂ, ਕੋਈ ਫੀਸ ਨਹੀਂ ਹੈ, ਫ੍ਰੀ ਆਫ ਕਾਸਟ ਹੈ। ਮੈਮ ਮੇਰਾ ਅਗਲਾ ਸਵਾਲ ਹੈ ਜੀ, ਜਿਵੇਂ ਫੀਸ ਬਾਰੇ ਜੀ, ਹੈ ਨਾ। ਤੁਸੀਂ ਫੀਸ ਬਾਰੇ, ਸੌਰੀ ਮੈਡਮ ਮੈਂ ਫੀਸ ਬਾਰੇ ਦੱਸਣਾ ਭੁੱਲ ਗਈ। ਸੋ ਫੀਸ ਹੈ ਜਿਹੜੀ ਬਹੁਤ ਹੀ ਨੋਮੀਨਲ ਜੀ ਹੈਗੀ ਕਿਸਾਨਾਂ ਲਈ, ਪਰ ਕਿਸਾਨ ਬੀਬੀਆਂ ਲਈ ਫ੍ਰੀ ਹੈ ਜੀ। ਯੂਨੀਵਰਸਿਟੀ ਨੂੰ ਇਹ ਵੀ ਵੱਧ ਤੋਂ ਵੱਧ ਕਿਸਾਨ ਬੀਬੀਆਂ ਸਾਡੇ ਵਿੱਚ ਇੱਥੇ ਪਾਰਟਿਸਿਪੇਟ ਕਰਨ, ਕਿਉਂਕਿ ਜਿਹੜਾ ਇੱਕ ਘਰ ਦਾ ਜਿਹੜਾ ਅੱਗੇ ਜਿਹੜਾ ਉਸਾਰੂ ਕਰਨਾ ਘਰ ਨੂੰ ਇੱਕ ਔਰਤ ਨੇ ਕਰਨਾ ਹੁੰਦਾ ਆ। ਕਿਉਂਕਿ ਕਿਸਾਨਾਂ ਨੇ ਜਿਹੜੀ ਜਾਣਕਾਰੀ ਲੈਣੀ ਆ, ਉਹ ਠੀਕ ਹੈ ਆਪਣੇ ਖੇਤਾਂ ਤੱਕ ਜ਼ਰੂਰ ਵਰਤਦੇ ਆ, ਪਰ ਪਰਿਵਾਰ ਦੇ ਲਈ ਸਾਰੀ ਜਾਣਕਾਰੀ ਅੱਪੜਦੀ ਨਹੀਂ, ਕਿਉਂਕਿ ਉਹਨਾਂ ਦਾ ਧਿਆਨ ਚਾਰ ਚੁਫੇਰੇ ਹੋਰ ਪਾਸੇ ਆਪਣੇ ਧੰਦਿਆਂ ਵੱਲ ਵੀ ਹੁੰਦਾ। ਸੋ ਬੀਬੀਆਂ ਨੇ ਜਿਹੜੀ ਜਾਣਕਾਰੀ ਆ ਉਹ ਆਪਣੀ ਪਰਿਵਾਰ ਨੂੰ ਚੰਗੇ ਪਾਸੇ ਨੂੰ ਮੋੜਨ ਲਈ ਵਰਤਣੀ ਆ। ਸੋ ਯੂਨੀਵਰਸਿਟੀ ਨੇ ਇਸੇ ਗੱਲ ਨੂੰ, ਉਦੇਸ਼ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਵੱਲੋਂ ਕੁਝ ਕੋਰਸ ਜਿਹੜੇ ਸਪਾਂਸਰਡ ਕੋਰਸ ਹੈ, ਜਿਹੜੇ ਇੱਕ ਮਹੀਨੇ ਦੀ ਮਿਆਦ ਦੇ ਲਗਾਏ ਜਾਂਦੇ ਆ, ਹਨਾ। ਜਿਹੜੇ ਨਾਮ ਜ਼ਰੂਰ ਦੱਸੋ ਜੀ। ਹਾਂਜੀ ਬਿਲਕੁਲ, ਜਿਹੜੇ ਸਾਨੂੰ ਜਿਹਦੇ ਵਿੱਚ ਜਿਹੜੇ ਸਾਡੇ ਜਿਹੜੀ ਸਪਾਂਸਰ ਕਰਨ ਵਾਲੇ ਜਿਹੜੇ ਹੈਗੀਆਂ ਸਕੀਮਾਂ ਆ, ਉਹ ਇੱਕ ਤਾਂ ਹੈਗਾ ਜੀ ਜਿਹੜਾ ਇੰਡੀਆ ਵੱਲੋਂ ਆਪਣੀ ਭਾਰਤ ਸਰਕਾਰ ਵੱਲੋਂ ਐਗਰੀਕਲਚਰ ਸਕਿੱਲ ਕੌਂਸਲ ਆਫ ਇੰਡੀਆ, ਤੇ ਦੂਜੀ ਆਪਣੇ ਪੰਜਾਬ ਦੀ ਹੈਗੀ ਆ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਹਨਾ। ਸੋ ਇਹ ਦੋ ਜਿਹੜੀਆਂ ਸਕੀਮਾਂ ਦੇ ਤਹਿਤ ਸਾਡੇ ਜਿਹੜੇ ਜਦੋਂ ਵੀ ਕੋਈ ਸਾਡੇ ਕੋਲੋਂ ਇਹ ਵਾਲੇ ਅਦਾਰੇ ਪੈਸੇ ਦਿੰਦੇ ਆ, ਸੋ ਇਹਦੇ ਵਿੱਚ ਅਸੀਂ ਅਲੱਗ-ਅਲੱਗ ਵਿਸ਼ਿਆਂ ਤੇ ਇੱਕ ਮਹੀਨੇ ਦੀ ਟ੍ਰੇਨਿੰਗ ਦਿੰਦੇ ਆ, ਚਾਹੇ ਫੁੱਲਾਂ ਦੀ ਖੇਤੀ ਦੀ ਹੋਵੇ, ਖੰਭਾਂ ਦੀ ਹੋਵੇ, ਗਾਰਡਨਰਸ ਦੀ ਟ੍ਰੇਨਿੰਗ ਦੀ ਹੋਵੇ, ਬੇਕਿੰਗ ਦੀ ਹੋਵੇ। ਸੋ ਅਲੱਗ-ਅਲੱਗ ਜਿਹੜੇ ਵੀ ਕੋਰਸ ਲਈ ਸਾਡੇ ਕੋਲ ਆਉਂਦਾ ਹੈ, ਪੈਸੇ ਆਉਂਦੇ ਆ ਜਿਹੜੀ ਸਕੀਮ ਦੇ ਤਹਿਤ, ਸੋ ਉਵੇਂ ਹੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਵੀ ਅਪਡੇਟ ਕੀਤਾ ਜਾਂਦਾ। ਜਿੰਨੇ ਵੀ ਮਾਧਿਅਮਾਂ ਰਾਹੀਂ ਅਸੀਂ ਕਿਸਾਨਾਂ ਨੂੰ, ਕਿਸਾਨ ਬੀਬੀਆਂ ਨੂੰ ਅਵੇਅਰਨੈਸ ਦੇਣੀ ਹੁੰਦੀ ਹੈ, ਅਸੀਂ ਇਹ ਵਾਲੀ ਅਵੇਅਰਨੈਸ ਦਿੰਦੇ ਹਾਂ ਤਾਂ ਕਿ ਵੱਧ ਤੋਂ ਵੱਧ ਲੋਕ ਸਾਡੇ ਇਹ ਸਿਖਲਾਈ ਕੋਰਸਾਂ ਦਾ ਲਾਹਾ ਲੈ ਸਕਣ। ਹਾਂਜੀ ਮੈਮ, ਤੁਸੀਂ ਬਹੁਤ ਸੋਹਣੇ ਕੋਰਸਾਂ ਦੀ ਜਾਣਕਾਰੀ ਦਿੱਤੀ ਮੈਮ। ਹੁਣ ਅਸੀਂ ਸਪੋਜ਼ ਕਿਸੇ ਵੀ ਫਾਰਮਰ ਨੇ ਜਾਂ ਕਿਸੇ ਕਿਸਾਨ ਬੀਬੀ ਨੇ ਇਹ ਕੋਰਸ ਤੁਹਾਡੇ ਤੋਂ ਕਰ ਲਿਆ ਹੋਇਆ, ਉਸ ਤੋਂ ਬਾਅਦ ਉਹਨਾਂ ਨੇ ਆਪਣਾ ਕੋਈ ਕਿੱਤਾ ਸ਼ੁਰੂ ਕੀਤਾ, ਕੋਈ ਆਪਣਾ ਕਿੱਤਾ ਕਰ ਰਹੇ ਹੋ, ਉਹਨੂੰ ਅੱਗੇ ਵਧਾਉਣਾ ਚਾਹੁੰਦੇ ਆ, ਉਹਨਾਂ ਕੋਲ ਕੋਈ ਨਵਾਂ ਆਈਡੀਆ ਹੈਗਾ, ਉਹਨੂੰ ਲਾਂਚ ਕਰਨਾ ਚਾਹੁੰਦੇ ਆ, ਤਾਂ ਯੂਨੀਵਰਸਿਟੀ ਕੋਈ ਉਹਨਾਂ ਦੀ ਇਸ ਤਰ੍ਹਾਂ ਦੀ ਵੀ ਹੈਲਪ ਕਰਦੀ ਹੈ ਵੀ ਉਹਨਾਂ ਦੀ ਕੋਈ ਵਿੱਤੀ ਸਹਾਇਤਾ ਹੋਵੇ ਤੇ ਉਹਨਾਂ ਨੂੰ ਕੋਈ ਹੋਰ ਜ਼ਿਆਦਾ ਤਕਨੀਕੀ ਜਾਣਕਾਰੀ ਮਿਲੇ, ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਵੀ ਤੁਹਾਡੇ ਕੋਲ ਹੈ? ਜੀ ਮੈਮ, ਤੁਸੀਂ ਬਹੁਤ ਹੀ ਵਧੀਆ ਸਵਾਲ ਪੁੱਛਿਆ। ਜਿਹੜਾ ਸਾਡਾ ਸਕਿੱਲ ਡਿਵੈਲਪਮੈਂਟ ਸੈਂਟਰ ਹੈ, ਬਣੇ ਇਸ ਮਕਸਦ ਨਾਲ ਹੈ, ਹਨਾ। ਇੱਥੇ ਇੱਕ ਪ੍ਰੋਜੈਕਟ ਹੈਗਾ ਜਿਹੜਾ ਜਿਹਨੂੰ ਅਸੀਂ ਪਾਬੀ ਸ਼ਾਰਟ ਫਾਰਮ ਚ ਕਹਿੰਦੇ ਆ, ਪੰਜਾਬ ਐਗਰੀਕਲਚਰ ਬਿਜ਼ਨਸ ਇਨਕਿਊਬੇਟਰ, ਹਨਾ। ਜਿਹਦੇ ਵਿੱਚ ਜਿਵੇਂ ਹੁਣ ਜਿਹੜੇ ਤੁਸੀਂ ਦੇਖਿਆ ਜਿਨ੍ਹਾਂ ਨੇ ਸਿੱਖਿਆ ਲਈ ਛੋਟੇ ਪੱਧਰ ਤੇ ਕੰਮ ਸ਼ੁਰੂ ਕਰ ਲਿਆ, ਸੋ ਉਹਦੇ ਨਿਤ ਜਿੰਨੇ ਵੀ ਕਿਸਾਨ ਆ, ਕਿਸਾਨ ਬੀਬੀਆਂ ਸਾਡੇ, ਜਿਵੇਂ ਆਪਾਂ ਦੇਖੀਏ ਪੰਜਾਬ ਦੇ ਲੋਕ ਬਹੁਤ ਹੀ ਤਜਰਬੇ ਨਵੇਂ ਉਹ ਕਰਦੇ ਆ, ਹਨਾ। ਸੋ ਜਿੰਨੀਆਂ ਵੀ ਆਪਾਂ ਕਹਿੰਦੇ ਆ ਜਿਹੜੀ ਵੀ ਖੋਜ ਜਾਂ ਕਾਢ ਹੈ, ਉਹ ਤਜਰਬਿਆਂ ਦੀ ਹੋਈ
ਤੋਂ ਹੀ ਅੱਗੇ ਹੁੰਦੀ ਹੈ। ਸੋ ਅਸੀਂ ਇੱਕ ਅਪਰਚੁਨਿਟੀ ਦਿੱਤੀ ਜਾਂਦੀ ਹੈ ਇਸ ਸੈਂਟਰ ਦੇ ਵਿੱਚ ਕਿ ਉਹਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ ਜਾਵੇ, ਨਾਲ ਦੀ ਨਾਲ ਕੋਈ ਫਾਈਨੈਂਸ਼ੀਅਲ ਹੈਲਪ ਵੀ ਦਿੱਤੀ ਜਾਵੇ, ਪਰ ਮਿਲਦੀ ਉਹਨਾਂ ਨੂੰ ਜਿਨ੍ਹਾਂ ਦੇ ਵੀ ਉਹ ਪ੍ਰੋਜੈਕਟ ਇਹ ਆਪਾਂ ਆਪਦੇ ਵੱਲੋਂ ਇਹ ਸ਼ੇਅਰ ਕਰਦੇ ਆ, ਹੈ ਨਾ, ਪ੍ਰੋਜੈਕਟ ਬਣਾ ਕੇ ਲੈ ਕੇ ਆਉਂਦੇ ਆ, ਹੈ ਨਾ, ਫਿਰ ਉਹ ਆਪਣੀ ਇਨਫੋਰਮੇਸ਼ਨ ਜਿਹੜੀ ਸਾਰੀ ਹੈ ਇੱਕ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਦੇ ਥਰੂ ਜਿਹੜੀਆਂ ਵੀ ਸਕੀਮਾਂ ਨੇ ਪੈਸੇ ਦੇਣੇ ਆ ਸਾਨੂੰ ਜਿਹੜੀ, ਤੇ ਉਹਨਾਂ ਦੇ ਸਾਹਮਣੇ ਉਹ ਆਪਣੇ ਪ੍ਰੈਜੈਂਟੇਸ਼ਨ ਦਿੰਦੇ ਆ। ਸੋ ਜਦੋਂ ਉਹ ਪਾਸ ਹੋ ਜਾਂਦੇ ਆ ਉਹਦੇ ਵਿੱਚੋਂ ਵੀ ਉਹਨਾਂ ਨੂੰ ਲੱਗਦਾ ਕਿਸੇ ਨੂੰ ਬਿਲਕੁਲ ਨਵੀਂ ਤਕਨੀਕ ਹੈ, ਪੈਸੇ ਵੀ ਵੱਧ ਕਮਾਏ ਜਾ ਸਕਦੇ ਆ, ਤੇ ਸਾਡੀ ਸੁਸਾਇਟੀ ਨੂੰ, ਸਾਡੀ ਫਾਰਮਿੰਗ ਕਮਿਊਨਿਟੀ ਨੂੰ ਇਹਦਾ ਫਾਇਦਾ ਹੋਏਗਾ, ਹੋਰ ਲੋਕ ਵੀ ਇਹਦੇ ਨਾਲ ਫਾਇਦੇ 'ਚ ਰਹਿਣਗੇ। ਸੋ ਉਹ ਵਾਲੇ ਜਿਹੜੇ ਪਾਸ ਜਿਹੜਾ ਹੋ ਗਿਆ ਉਹਨੂੰ ਫਿਰ ਉਹ ਵਿੱਤੀ ਮਦਦ ਦਿੱਤੀ ਜਾਂਦੀ ਹੈ 5 ਲੱਖ ਤੋਂ ਲੈ ਕੇ 25 ਲੱਖ ਤੱਕ। ਇੱਕ ਬਹੁਤ ਵੱਡੀ ਜਿਹੜੀ ਮਦਦ ਹੈ, ਬਹੁਤ ਸੋਹਣਾ ਉਪਰਾਲਾ ਜੀ ਯੂਨੀਵਰਸਿਟੀ ਦਾ ਇਹ। ਮੈਮ ਹੁਣ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਮੰਡੀਕਰਨ ਦੀ। ਜਿਵੇਂ ਕਿਸਾਨ ਬੀਬੀਆਂ ਨੇ ਕੋਈ ਘਰ ਦੇ ਵਿੱਚ ਅਚਾਰ ਚਟਨੀ ਮੰਨ ਲਓ ਤਿਆਰ ਕਰ ਲਿਆ ਜਾਂ ਕੋਈ ਹੋਰ ਪ੍ਰੋਡਕਟ ਤਿਆਰ ਕੀਤਾ, ਤਾਂ ਉਹਨਾਂ ਨੂੰ ਅਸੀਂ ਸੇਲ ਕਰਨ ਦੇ ਲਈ, ਮੰਡੀਕਰਨ ਦੇ ਲਈ ਉਹ ਖਪਤਕਾਰਾਂ ਨਾਲ ਕਿਸ ਤਰ੍ਹਾਂ ਜੁੜਨ, ਕੋਈ ਯੂਨੀਵਰਸਿਟੀ ਇਸ ਤਰ੍ਹਾਂ ਦਾ ਵੀ ਉਪਰਾਲਾ ਕਰਦੀ ਹੈ ਜੀ? ਯੂਨੀਵਰਸਿਟੀ ਨੇ ਤਾਂ ਜੀ ਇਹਦੇ ਲਈ ਇੱਕ ਬਹੁਤ ਹੀ ਵੱਡਾ ਪਲੇਟਫਾਰਮ ਦਿੱਤਾ ਹੋਇਆ, ਕਿਸਾਨ ਮੇਲੇ, ਹੈ ਨਾ। ਆਹ ਸਮੇਂ 'ਚ ਤਾਂ ਕਿਸਾਨ ਮੇਲਾ ਇੱਕ ਨਹੀਂ ਅਸੀਂ ਲਗਾ ਸਕੇ ਕਿਉਂਕਿ ਸਮਾਂ ਇਹੋ ਜਿਹਾ ਸੀ ਮਹਾਮਾਰੀ ਦਾ ਜਿਹਦੇ ਵਿੱਚ ਇਕੱਠ ਜਿਹੜੇ ਕਰਨੇ ਵਰਜਿਤ ਸੀ। ਸੋ ਉਹਦੇ ਕਰਕੇ ਜਿਹੜਾ ਇਸ ਵਾਰੀ ਮੇਲਾ ਨਹੀਂ ਲੱਗਿਆ, ਨਹੀਂ ਤਾਂ ਕਿਸਾਨ ਮੇਲਿਆਂ ਤੇ ਵੀ ਸਾਡੇ ਕਿਸਾਨਾਂ ਨੂੰ, ਕਿਸਾਨ ਬੀਬੀਆਂ ਨੂੰ ਤੇ ਖਰੀਦਦਾਰ ਉਡੀਕਦੇ ਆ ਵੀ ਕਦੋਂ ਇਹ ਸਟਾਲ ਲਾਉਣਗੇ। ਸੋ ਇਹਨਾਂ ਨੂੰ ਇੱਕ ਬਹੁਤ ਹੀ ਵਾਜਬ ਜਿਹੇ ਰੇਟਾਂ ਤੇ ਅਸੀਂ ਸਟਾਲ ਦੇ ਦਿੰਦੇ ਆ। ਸੋ ਉੱਥੇ ਆ ਕੇ ਆਪਣੀਆਂ ਚੀਜ਼ਾਂ ਦੀ ਵਿਕਰੀ ਕਰਦੇ ਆ, ਤੇ ਉੱਥੇ ਤਾਂ ਬਲਕਿ ਜਦੋਂ ਵੀ ਇਹਨਾਂ ਨੂੰ ਹੁੰਦਾ, ਇਹਨਾਂ ਦੇ ਗਾਹਕ ਜਿਹੜੇ ਹੋਰ ਵੱਧਦੇ ਆ, ਬਲਕਿ ਫੋਨਾਂ ਤੇ ਆਪਣੀਆਂ ਜਿਹੜੀਆਂ ਬੁਕਿੰਗਸ, ਐਡਵਾਂਸ ਬੁਕਿੰਗ ਕਰਾਉਂਦੇ ਆ, ਕਿਉਂਕਿ ਉਹਨਾਂ ਨੂੰ ਇੱਕ ਚੀਜ਼ਾਂ ਆਰਗੈਨਿਕ ਮਿਲਦੀਆਂ, ਜੈਵਿਕ ਚੀਜ਼ਾਂ ਖਾਣ ਨੂੰ ਮਿਲਦੀਆਂ, ਬਹੁਤ ਹੀ ਵਧੀਆ ਪਦਾਰਥਕ ਜਿਹੜੇ, ਕਿਉਂਕਿ ਹੁਣ ਇੱਕ ਜਿਹੜੇ ਆਪਾਂ ਦੁਕਾਨ ਤੋਂ ਖਰੀਦਣ ਜਾਵਾਂਗੇ ਉਹਨਾਂ ਨੇ ਆਪਦੇ ਟੈਕਸ ਵਿੱਚ ਇਨਕਲੂਡ ਕੀਤੇ ਹੋਣੇ ਆ। ਸੋ ਇਹਨਾਂ ਨੇ ਆਪਣਾ ਇੱਕ ਬਹੁਤ ਹੀ ਜਿਹੜਾ ਵਾਜਬ ਦੇ ਭਾਅ ਰੱਖੇ ਆ, ਕਿਉਂਕਿ ਇੱਕ ਦੁਕਾਨ ਦਾ ਮੁੱਲ ਤਾਂ ਨਹੀਂ ਪਾਉਣਾ, ਆਪਦੀ ਮਿਹਨਤ ਤੇ ਵਿੱਚੋਂ ਥੋੜਾ ਜਿਹਾ ਆਪਦਾ ਮੁਨਾਫਾ ਕੱਢਣਾ ਹੁੰਦਾ ਆ, ਜਿਹਦੇ ਨਾਲ ਇਹਨਾਂ ਦਾ ਵੀ ਕੰਮ ਸੁਖਾਲਾ ਹੋ ਜਾਂਦਾ। ਕਿਉਂਕਿ ਕੋਈ ਮੀਡੀਏਟਰ ਵਿੱਚ ਨਹੀਂ ਹੈ, ਵਿਚੋਲਾ ਕੋਈ ਨਹੀਂ ਹੈ। ਸੋ ਇੱਕ ਜਿਹੜਾ ਸਿੱਧਾ ਰਾਬਤਾ ਇੱਕ ਖਪਤਕਾਰਾਂ ਦਾ ਤੇ ਸਾਡੇ ਕਿਸਾਨਾਂ ਤੇ ਕਿਸਾਨ ਬੀਬੀਆਂ ਦਾ, ਸੋ ਕੋਈ ਵੀ ਉਹਨਾਂ ਦੇ ਵਿੱਚ ਇਹ ਨਹੀਂ ਹੈ, ਵਿਚੋਲਾ ਕੋਈ ਨਹੀਂ ਹੈ ਜੀ। ਮੈਡਮ ਨੇ ਬਹੁਤ ਸੋਹਣੀ ਜਾਣਕਾਰੀ ਸਾਨੂੰ ਸਿਖਲਾਈ ਕੋਰਸਾਂ ਬਾਰੇ ਸ਼ੁਰੂ ਤੋਂ ਲੈ ਕੇ ਮੰਡੀਕਰਨ ਤੱਕ ਸਾਰੀ ਜਾਣਕਾਰੀ ਸਾਨੂੰ ਮੁਹੱਈਆ ਕਰਾਈ ਹੈ ਜੀ। ਮੈਨੂੰ ਪੂਰਨ ਉਮੀਦ ਹੈ ਕਿ ਸਾਰੇ ਕਿਸਾਨ ਵੀਰ, ਕਿਸਾਨ ਬੀਬੀਆਂ ਇਸ ਜਾਣਕਾਰੀ ਦਾ ਭਰਪੂਰ ਫਾਇਦਾ ਉਠਾਉਣਗੇ ਤੇ ਯੂਨੀਵਰਸਿਟੀ ਦੇ ਇਹਨਾਂ ਕੋਰਸਾਂ ਦੇ ਵਿੱਚ ਵੱਧ ਤੋਂ ਵੱਧ ਭਾਗ ਲੈ ਕੇ ਆਪਣਾ ਜਿਹੜਾ ਕਿੱਤਾ ਉਹ ਸ਼ੁਰੂ ਕਰਨਗੇ, ਆਪਣੀ ਨੌਲੇਜ ਨੂੰ ਵਧਾਉਣਗੇ। ਬਹੁਤ ਬਹੁਤ ਧੰਨਵਾਦ ਮੈਮ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਮੈਡਮ ਦੋਵਾਂ ਦਾ ਬਹੁਤ ਬਹੁਤ। ਡਾਕਟਰ ਰੁਪਿੰਦਰ ਕੌਰ ਸਕਿੱਲ ਡਿਵੈਲਪਮੈਂਟ ਸੈਂਟਰ ਚ ਬਤੌਰ ਸੀਨੀਅਰ ਵਿਗਿਆਨੀ ਸੇਵਾਵਾਂ ਨਿਭਾ ਰਹੇ ਨੇ। ਮੈਡਮ ਕਮਲਪ੍ਰੀਤ ਵੀ ਸਕਿੱਲ ਡਿਵੈਲਪਮੈਂਟ ਸੈਂਟਰ 'ਚ ਇਹਨਾਂ ਨੇ ਸਿਖਲਾਈਆਂ ਬਾਰੇ ਬੜੀ ਵਿਸਥਾਰ ਦੇ ਵਿੱਚ ਵੀ ਖਾਸ ਕਰਕੇ ਜਿਹੜੀਆਂ ਸਿਖਲਾਈਆਂ ਪਿੰਡ ਸਵਾਣੀਆਂ ਦੇ ਲਈ ਉਹਨਾਂ ਬਾਰੇ ਇਹਨਾਂ ਨੇ ਜ਼ਿਕਰ ਕੀਤਾ, ਦੱਸਿਆ ਕਿੱਦਾਂ ਇੱਕ ਕਲਿੱਕ ਦੂਰ ਹੋ ਸਿਰਫ ਸਿਖਲਾਈਆਂ ਤੋਂ, ਤੇ ਸਿਖਲਾਈਆਂ ਦੇ ਨਾਲ ਆਪਣੇ ਆਪਣੇ ਅਰਥਚਾਰੇ ਨੂੰ ਉਹ ਕਿਵੇਂ ਅਸੀਂ ਸੁਧਾਰ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਮੈਡਮ, ਬਹੁਤ ਬਹੁਤ ਸ਼ੁਕਰੀਆ। ਫਿਰ ਇੱਕ ਚੀਜ਼ ਹੋਰ ਮੈਂ ਗੱਲ ਕਰਨੀ ਭੁੱਲ ਗਿਆ ਵੀ ਹਾਂ, ਡਾਕਟਰ ਤਜਿੰਦਰ ਸਿੰਘ ਰਿਆੜ ਨੇ ਪ੍ਰਕਾਸ਼ਨਾਂ ਸੰਬੰਧੀ ਇੱਕ ਹੋਰ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਨੇ ਦੱਸਿਆ ਜਿਵੇਂ ਪ੍ਰਕਾਸ਼ਨਾਂ ਯੂਨੀਵਰਸਿਟੀ ਦੇ ਕੇਂਦਰਾਂ ਤੋਂ ਲੈ ਸਕਦੇ ਹਾਂ, ਅਸੀਂ ਡਾਕ ਰਾਹੀਂ ਵੀ ਪ੍ਰਾਪਤ ਕਰ ਸਕਦੇ ਹਾਂ, ਆਨਲਾਈਨ ਵੀ ਪ੍ਰਾਪਤ ਕਰ ਸਕਦੇ ਹਾਂ। ਡਾਕਟਰ ਸਾਹਿਬ ਨੇ ਇੱਕ ਨਵਾਂ ਮੁਹਿੰਮ ਸ਼ੁਰੂ ਕੀਤੀ ਹੈ ਪ੍ਰਕਾਸ਼ਨਾਵਾਂ ਅਤੇ ਪਾਠਕ੍ਰਮ ਦੇ ਵਿੱਚ ਨੇੜਤਾ ਲਿਆਉਣ ਲਈ। ਜੇ ਤੁਹਾਨੂੰ ਲੱਗਦਾ ਤੁਸੀਂ ਆਪਣੇ ਪਿੰਡ ਦੇ ਵਿੱਚ ਵੀ ਹਾਂ ਆਪਣੇ ਪ੍ਰਕਾਸ਼ਨਾਵਾਂ ਮੰਗਵਾਉਣਾ ਚਾਹੁੰਦੇ ਹੋ ਵੀ ਸਾਡੀ ਇੱਕ ਉੱਚ ਪੱਧਰੀ ਟੀਮ ਤੁਹਾਡੇ ਤੱਕ ਪਹੁੰਚੂਗੀ, ਉਹ ਪ੍ਰਕਾਸ਼ਨਾਵਾਂ ਨਾਲ ਲੈ ਕੇ ਆਉਗੀ। ਤੁਸੀਂ ਕੋਸ਼ਿਸ਼ ਇਹ ਕਰਨੀ ਹੈ 15-20 ਸਬਸਕ੍ਰਾਈਬ ਕਰ ਲੈਣ ਇਸ ਰਸਾਲੇ ਜਾਂ ਸਾਡੀਆਂ ਜਿਹੜੀਆਂ ਪੈਕੇਜ ਆਫ ਪ੍ਰੈਕਟਿਸ ਹੈ, ਚਾਹੇ ਸਬਜ਼ੀ ਦੀ ਹੈ, ਫਲਾਂ ਦੀ ਹੈ, ਚਾਹੇ ਹਾੜੀ ਸੌਣੀ ਦੀ ਕਿਸੇ ਦੀ ਵੀ ਹੈਗੀ ਹੈ, ਤੁਸੀਂ ਉਹ ਪ੍ਰਾਪਤ ਕਰ ਸਕਦੇ। ਜੇ ਤੁਸੀਂ ਉਹਦੇ ਲਈ ਸੰਪਰਕ ਕਰਨਾ ਹੈ, ਤੁਸੀਂ ਇੱਕ ਨੰਬਰ ਮੈਂ ਤੁਹਾਡੇ ਨਾਲ ਸਾਂਝਾ ਕਰਦਾ 98 884 37011। ਇਹ ਸ਼੍ਰੀ ਦੀਪਕ ਭਾਟੀਆ ਜੀ ਦੇ ਨੰਬਰ ਹੈ, ਤੁਸੀਂ ਇਹ ਨੰਬਰ ਤੇ ਸੰਪਰਕ ਕਰੋ। ਤੁਸੀਂ ਆਪਣਾ ਦੱਸੋ ਵੀ ਸਾਡਾ ਆਹ ਪਿੰਡ ਹੈ, ਅਸੀਂ ਪਿੰਡ ਦੇ ਵਿੱਚ ਅਸੀਂ ਚਾਹੁੰਦੇ ਹਾਂ ਪ੍ਰਕਾਸ਼ਨਾਂ ਦਾ ਇੱਕ ਸਟਾਲ ਆਇਆ ਜਾਵੇ, ਸਟਾਲ ਦੇ ਨਾਲ ਅਸੀਂ ਮੈਂਬਰਸ਼ਿਪ ਲੈਣੀ ਚਾਹੁੰਦੇ ਜਾਂ ਪ੍ਰਕਾਸ਼ਨਾਂ ਖਰੀਦਣੀ ਚਾਹੁੰਦੇ ਹਾਂ, ਤੇ ਸਾਡੀ ਇੱਕ ਟੀਮ ਤੁਹਾਡੇ ਤੱਕ ਪਹੁੰਚ ਜਾਏਗੀ। ਸੋ ਸਾਡੇ ਨਾਲ ਗੱਲਬਾਤ ਦਾ ਸਿਲਸਿਲਾ ਅਗਲੇ ਹਫਤੇ ਇਸ ਤਰ੍ਹਾਂ ਜਾਰੀ ਰੱਖਾਂਗੇ। ਇੱਕ ਉੱਚ ਪੱਧਰੀ ਟੀਮ ਦੇ ਨਾਲ ਅਸੀਂ ਆਪ ਦੇ ਸਨਮੁਖ ਫਿਰ ਪੇਸ਼ ਹੋਵਾਂਗੇ। ਅੱਜ ਅਸੀਂ ਗੱਲ ਕੀਤੀ ਵੀ ਹੈ ਕਿਵੇਂ ਅਸੀਂ ਕੁਟੁੰਬਾਂ ਦੀ ਰੱਖ ਰਖਾਵ ਕਰ ਸਕਦੇ ਹਾਂ, ਕਿਵੇਂ ਅਸੀਂ ਬਿਮਾਰੀਆਂ ਤੋਂ ਵਿਕਟ ਦੇ ਜਿਵੇਂ ਖਾਸ ਕਰਕੇ ਨਾਲ ਵੰਡਕਾਂ ਗਿਆਰੀ ਪੀੜੀ ਗੁੰਗੀ ਦੀ ਆਪਾਂ ਗੱਲ ਕੀਤੀ। ਤੇ ਅੱਜ ਦਾ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਪੇਂਡੂ ਬੀਬੀਆਂ ਨੂੰ ਸਮਰਪਿਤ ਸੀਗਾ, ਕਿਵੇਂ ਉਹ ਸਿਖਲਾਈਆਂ ਪ੍ਰਾਪਤ ਕਰ ਸਕਦੀਆਂ ਤੇ ਸਿਖਲਾਈਆਂ ਦੇ ਲਈ ਇਸ ਯੂਨੀਵਰਸਿਟੀ ਵੱਲੋਂ ਕੀ ਕੁਝ ਪ੍ਰਬੰਧ ਕੀਤਾ ਗਿਆ ਵਾ
ਉਸ ਤੋਂ ਇਲਾਵਾ ਅਸੀਂ ਇਸ 15 ਵਾਲੇ ਦੇ ਨਾਲ ਖੇਤੀ ਰਜੇ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ। ਡਾਕਟਰ ਕਿਰਨ ਗਰੋਵਰ, ਡਾਕਟਰ ਸੁਖਦੀਪ ਮਾਨ ਨੇ ਵੀ ਵੱਖ-ਵੱਖ ਸਿਲਾਈਆਂ ਬਾਰੇ ਤੁਹਾਡੇ ਨਾਲ ਗੱਲਬਾਤ ਕੀਤੀ। ਇਸੇ ਵਾਅਦੇ ਦੇ ਨਾਲ ਅਗਲੇ ਹਫਤੇ ਆਪ ਜੀ ਦੇ ਸਾਨੂੰ ਫਿਰ ਅਸੀਂ ਵੀ ਪਹੁੰਚਾਂਗੇ, ਆਪ ਜੀ ਦੇ ਨਾਲ ਫਿਰ ਜੁੜਾਂਗੇ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ।